वाहिगुरु जी का खालसा वाहिगुरु जी की फतेह। सुर नर मुन जन अमृत खोजदे, सो अमृत गुर ते पाया। गुरु अमरदास साहब सच्चे पातशाह इस गल नूं आखदे ने कि देवते सुर नर मनुख मुन जन मुनी लोग धार्मिक लोग जिहड़े मौन ज़्यादा धारण करते ने, कोई भी साधु होवे किते ना किते इन्हां दी जिहड़ी खोज है, इन्हां दी जिंदगी दी मंजिल ये है भी किसी ना किसी तरीके नाल अमृत प्राप्त कर लिया जाए। ये खोज दे विच लगे हुए ने, खोजते रहिंदे। पर दातार ने अगली गल कीती है, ये खोज दे विच लगे हुए ने, सानू ये दात कित्थों मिली है? सो अमृत गुर ते पाया। सानू ये दात मिली है गुरबाणी दे विचों, सानू ये दात मिली है गुरु दे कोलों, सानू ये दात मिली है सतगुरु गुरु गोबिंद सिंह महाराज दे कोलों। हुण इस चीज़ नूं पहलां असीं समझण दी कोशिश करनी है और लगभग वखरे वखरे नावां दे नाल अमृत दी जिहड़ी गल है वो दुनिया के बहुत सारे धार्मिक साहित्य दे विच कीती गई है। चाहे वो इस्लामी परंपरा है, उन्होंने वो आबे हयात कहते हैं। आब का अर्थ होंदा है पानी, हयात का मतलब होंदा है जिंदगी, भाव वो पानी जिहड़ा जिंदगी बख्शदा है। अमृत ये शब्द इत्थों बनया है, एक शब्द है मृत्यु भाव के मौत। ਇਹਦੇ ਅੱਗੇ ਐੜਾ ਜਦੋਂ ਲੱਗ ਜਾਂਦਾ ਹੈ ਬਿਲਕੁਲ ਉਲਟ ਹੋ ਜਾਂਦਾ ਹੈ, ਭਾਵ ਕਿ ਜਿਹਦੇ ਨਾਲ ਮ੍ਰਿਤਿੂ ਨਹੀਂ ਹੈ, ਜ਼ਿੰਦਗੀ ਹੈ ਜਿਹਦੇ ਵਿੱਚ। ਆਬੇ ਹਯਾਤ ਦੇ ਅਰਥ ਆ ਗਏ ਉਹ ਪਾਣੀ ਜਿਹੜਾ ਜ਼ਿੰਦਗੀ ਦਿੰਦਾ ਹੈ। ਅੰਮ੍ਰਿਤ ਦਾ ਭਾਵ ਜਿੱਥੇ ਮ੍ਰਿਤਿੂ ਹੀ ਨਹੀਂ ਹੈ। ਇਸ ਕਰਕੇ ਵੱਖਰੀਆਂ ਵੱਖਰੀਆਂ ਧਾਰਮਿਕ ਰਚਨਾਵਾਂ ਦੇ ਵਿੱਚ ਗੱਲ ਅੰਮ੍ਰਿਤ ਦੀ ਹੀ ਕੀਤੀ ਗਈ ਹੈ। ਉਹਦੇ ਨਾਮ ਵੱਖਰੇ ਵੱਖਰੇ ਹੋ ਸਕਦੇ ਨੇ। ਕਈਆਂ ਥਾਵਾਂ ਦੇ ਉੱਤੇ ਉਹਨੂੰ ਖਾਣ ਦੀ ਗੱਲ ਕੀਤੀ ਗਈ ਹੈ, ਕਈਆਂ ਥਾਵਾਂ ਦੇ ਉੱਤੇ ਉਹਨੂੰ ਪੀਣ ਦੀ ਗੱਲ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਦੋਵੇਂ ਹੀ ਸ਼ਬਦ ਲਿਖੇ ਪਏ ਨੇ ਇਸ ਬਾਬਤ। ਹਜ਼ੂਰ ਦਾ ਸ਼ਬਦ ਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਉੱਥੇ ਖਾਣ ਦੀ ਗੱਲ ਹੈ। ਇਹਦਾ ਮਤਲਬ ਕੀ ਹੈ कि ये कोई वाकया ही इदां दी चीज़ है जिद्दां असी इहदे बारे कहानियां दे विच सुणदे हैं। थोड़ा जिहा इस करके कहानी का आसरा लेना पवेगा क्योंकि सतगुरु कह रहे हैं भी देवते भी इस खोज दे विच लगे हुए ने। गुरबाणी दे विच किते किते साडे कोल ਇਹਦਾ ਹਵਾਲਾ ਆਉਂਦਾ ਹੈ ਤੇ ਮੈਂ ਇਸ ਕਰਕੇ ਜਦੋਂ ਤੁਸੀਂ ਸਹਿਜ ਪਾਠ ਕਰੋਗੇ ਤੇ ਉਹ ਸਟੋਰੀ, ਉਹ ਕਹਾਣੀ ਗੁਰੂ ਸਾਹਿਬ ਨੇ ਵਰਤੀ ਹੈ, ਪਰ ਗੁਰੂ ਸਾਹਿਬ ਨੇ ਆਪਣੇ ਤਰੀਕੇ ਦੇ ਨਾਲ ਉਸ ਗੱਲ ਨੂੰ ਕਿਹਾ ਹੈ, ਪਰ ਉਦਾਹਰਣ ਉਹਨਾਂ ਦੀ ਲਈ ਹੋਈ ਹੈ। ਉਹਦੇ ਵਿੱਚੋਂ ਅਸੀਂ ਇੱਕ ਗੱਲ ਨੂੰ ਪੜ੍ਹਦੇ ਹਾਂ, ਸੁਰਾਂ ਤੇ ਅਸੁਰਾਂ ਦੀ ਲੜਾਈ, ਦੇਵਤਿਆਂ ਤੇ ਦੈਂਤਾਂ ਦੀ ਲੜਾਈ। ਤੁਸੀਂ ਅਕਸਰ ਇਹਦੇ ਬਾਰੇ ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ। टीवी ਦੇ ਉੱਤੇ ਇਹੋ ਜਿਹੇ ਜਿਹੜੇ ਧਾਰਮਿਕ ਨਾਟਕ ਵਿਖਾਏ ਜਾਂਦੇ ਸੀ, ਉਹ ਵਿਖਾਈ ਇਸ ਪਾਸੇ ਤੋਂ ਜਾਂਦੇ ਸੀ ਵੀ ਇੱਕ ਪਾਸੇ ਰਾਖਸ਼ ਨੇ, ਇੱਕ ਪਾਸੇ ਅਸੁਰ ਨੇ ਤੇ ਇੱਕ ਪਾਸੇ ਦੇਵਤੇ ਨੇ, ਇੱਕ ਪਾਸੇ ਦੈਂਤ ਨੇ, ਇੱਕ ਪਾਸੇ ਜਿਹੜੇ ਨੇ ਉਹ ਦੇਵਤੇ ਨੇ। ਉਹ ਇੱਦਾਂ ਦੋ ਜਾਣਿਆਂ ਦੀ ਲੜਾਈ ਆਪਸ ਦੇ ਵਿੱਚ ਵਿਖਾਈ ਜਾਂਦੀ ਹੈ। ਜਿਸ ਤਰ੍ਹਾਂ ਮ੍ਰਿਤਿੂ ਦਾ ਭਾਵ ਮੌਤ ਹੈ ਤੇ ਅੱਗੇ ਐੜਾ ਲੱਗ ਜਾਂਦਾ ਤੇ ਅੰਮ੍ਰਿਤ ਜ਼ਿੰਦਗੀ ਹੋ ਜਾਂਦਾ ਹੈ, ਇੱਦਾਂ ਸੁਰ ਦੇ ਅੱਗੇ ਜਦੋਂ ਐੜਾ ਲੱਗ ਜਾਂਦਾ ਤੇ ਬਿਲਕੁਲ ਉਹ ਵਿਰੋਧੀ ਅਰਥ ਹੋ ਜਾਂਦਾ ਹੈ, ਅਸੁਰ ਬਣ ਜਾਂਦਾ ਹੈ। ਉਹਦਾ ਭਾਵ ਹੁੰਦਾ ਹੈ ਰਾਖਸ਼। ਤੁਸੀਂ ਗੁਰਬਾਣੀ ਦੇ ਵਿੱਚ ਕਈ ਵਾਰ ਸੁਰ ਔਰ ਸ਼ੁਰ ਸ਼ਬਦ ਨੂੰ ਜਿਹੜਾ ਹੈ, ਸੁਰ ਤੇ ਅਸੁਰ ਸ਼ਬਦ ਨੂੰ ਸੁਣੋਗੇ।
मैं इस करके आप जी ਦੇ ਅੱਗੇ ਰੱਖਦਾ ਕਿ ਜਦੋਂ ਤੁਸੀਂ ਸਹਿਜ ਪਾਠ ਕਰੋਗੇ ਤੇ ਇਹ ਅਰਥ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਨੇ। ਸੁਰ ਦਾ ਭਾਵ ਹੈ ਦੇਵਤਾ, ਅਸੁਰ ਦਾ ਭਾਵ ਹੈ ਅਦੇਵ, ਜਿਹੜਾ ਦੇਵਤੇ ਤੋਂ ਬਿਲਕੁਲ ਉਲਟ ਹੈ, ਰਾਖਸ਼, ਦੈਂਤ। ਹੁਣ ਇੱਕ ਕਹਾਣੀ ਨੂੰ ਅਸੀਂ ਪੜ੍ਹਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਾਝਕੀ ਵਾਰ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੈ। ਭਗਤ ਤ੍ਰਿਲੋਚਨ ਜੀ ਨੇ ਵੀ ਇਸ ਕਹਾਣੀ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਇੱਕ ਪੰਕਤੀ ਹੈ ਮਾਝਕੀ ਵਾਰ ਦੇ ਅੰਦਰ, ਦਾਤਾਰ ਕਹਿੰਦੇ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਦਾਣੀ, ਕਿ ਦੇਵਤਿਆਂ ਨੇ ਖੀਰ ਸਮੁੰਦਰ ਨੂੰ ਰਿੜਕਿਆ। ਦੇਵਤਿਆਂ ਦੇ ਮਨ ਦੇ ਵਿੱਚ ਕਿਤੇ ਇਸ ਗੱਲ ਦਾ ਖਿਆਲ ਸੀ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਵੀ ਸੁਰ ਜਿਹੜੇ ਨੇ ਦੇਵਤੇ ਨੇ ਉਹ ਵੀ ਖੋਜ ਦੇ ਵਿੱਚ ਲੱਗੇ ਹੋਏ ਨੇ। ਦੇਵਤਿਆਂ ਨੂੰ ਤੇ ਦੈਂਤਾਂ ਨੂੰ ਇਸ ਗੱਲ ਦੇ ਬਾਰੇ ਕਿਤੇ ਜਾਣਕਾਰੀ ਮਿਲ ਗਈ ਕਿ ਅੰਮ੍ਰਿਤ ਜਿਹਨੂੰ ਮਿਲ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ, ਪਰ ਉਹਨਾਂ ਦੀ ਖੋਜ ਉਹ ਪੀਣ ਵਾਲੇ ਪਦਾਰਥ ਤੱਕ ਹੀ ਰਹਿ ਗਈ। ਹੁਣ ਇਸ ਕਰਕੇ ਉਹਨਾਂ ਦੋਵਾਂ ਦੀਆਂ ਆਪਸ ਦੇ ਵਿੱਚ ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ। ਦੋਵਾਂ ਨੇ ਤਪੱਸਿਆ ਕੀਤੀਆਂ, ਦੋਵਾਂ ਨੇ ਬੜੀ ਜ਼ੋਰ ਦੀ ਭਗਤੀ ਕੀਤੀ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਤੇ ਉਹ ਅੰਮ੍ਰਿਤ ਮਿਲ ਜਾਵੇ। ਇਹਦਾ ਮਤਲਬ ਹੈ ਵੀ ਖੋਜਦੇ ਪਏ ਸੀ ਵੀ ਸਾਡੇ ਵਿੱਚੋਂ ਪਹਿਲਾਂ ਕਿਹਨੂੰ ਮਿਲ ਜਾਵੇਗਾ, ਜਿਹਨੂੰ ਪਹਿਲਾਂ ਮਿਲ ਗਿਆ ਉਹ ਤਾਕਤਵਰ ਹੋ ਜਾਵੇਗਾ, ਔਰ ਇਸ ਕਰਕੇ ਚਾਹੁੰਦੇ ਸੀ ਵੀ ਦੂਸਰੇ ਨੂੰ ਨਾ ਮਿਲ ਜਾਵੇ। ਔਰ ਫਿਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਖਾਸ ਕਰਕੇ ਖੀਰ ਸਮੁੰਦਰ ਰਿੜਕਿਆ, ਔਰ ਉਹਨੂੰ ਰਿੜਕਣ ਦੇ ਲਈ ਮਧਾਣੀ ਜਿਹੜੀ ਬਣਾਈ ਸੀ ਉਹ ਕਹਿੰਦੇ ਉਹ ਸੁਮੇਰ ਪਰਬਤ ਦੀ ਮਧਾਣੀ ਬਣਾ ਦਿੱਤੀ। ਇਹ ਗਾਥਾ ਹੈ। ਹੁਣ ਉਹਨੂੰ ਰਿੜਕਣ ਦੇ ਲਈ ਛੋਟੀ ਮਧਾਣੀ ਹੋਵੇ ਤੇ ਬੰਦਾ ਰੱਸੀ ਦੇ ਨਾਲ ਰਿੜਕ ਲਵੇ। ਕਹਿੰਦੇ ਉਸ ਸੁਮੇਰ ਪਰਬਤ ਨੂੰ ਰਿੜਕਣ ਦੇ ਲਈ ਉਹਨਾਂ ਨੇ ਸ਼ੇਸ਼ ਨਾਗ ਦਾ ਜਿਹੜਾ ਹੈ ਉਹ ਰੱਸੇ ਦਾ ਕੰਮ ਲਿਆ ਉਹਦੇ ਤੋਂ। ਜਿੱਦਾਂ ਪੁਰਾਣੀ ਮਧਾਣੀ ਨੂੰ ਰੱਸਿਆਂ ਦੇ ਨਾਲ ਖਿੱਚਿਆ ਜਾਂਦਾ ਸੀ, ਦੇਵਤਿਆਂ ਅਤੇ ਦੈਂਤਾਂ ਨੇ ਉਸ ਸ਼ੇਸ਼ ਨਾਗ ਦੀ ਹੈਲਪ ਦੇ ਨਾਲ ਉਹ ਜਿਹੜਾ ਸਮੁੰਦਰ ਰਿੜਕਿਆ। ਅਤੇ ਜਿੱਦਾਂ ਦੁੱਧ ਰਿੜਕਦੇ ਹਾਂ ਅਤੇ ਉਹਦੇ ਵਿੱਚੋਂ ਮੱਖਣ ਜਾਂ ਹੋਰ ਚੀਜ਼ਾਂ ਜਦੋਂ ਅਸੀਂ ਵੇਖਦੇ ਹਾਂ ਵੀ ਦੁੱਧ ਦੇ ਵਿੱਚੋਂ ਤੱਤ ਨਿਕਲਦਾ ਹੈ ਮੱਖਣ, ਇੱਦਾਂ ਦੇਵਤਿਆਂ ਨੇ ਉਹ ਜਿਹੜਾ ਖੀਰ ਸਮੁੰਦਰ ਰਿੜਕਿਆ ਨਾ, ਅਤੇ ਉਹਦੇ ਵਿੱਚੋਂ 14 ਰਤਨ ਨਿਕਲੇ। 14 ਰਤਨਾਂ ਦੇ ਵਿੱਚੋਂ ਇੱਕ ਜਿਹੜੀ ਚੀਜ਼ ਹੈ ਜਿਹੜਾ ਸਭ ਤੋਂ ਅੰਤ ਦੇ ਵਿੱਚ ਆਇਆ ਉਹ ਹੈ ਅੰਮ੍ਰਿਤ। ਔਰ ਉਹ ਕਹਿੰਦੇ ਕਿ ਵੰਡ ਦੇ ਵਿੱਚ ਇੱਦਾਂ ਹੋ ਗਿਆ ਕਿ ਵੰਡ ਦੇ ਵਿੱਚ ਦੇਵਤਿਆਂ ਨੂੰ ਮਿਲ ਗਿਆ। ਅਤੇ ਜਦੋਂ ਦੇਵਤੇ ਉਸ ਨੂੰ ਕਤਾਰ ਦੇ ਵਿੱਚ ਬੈਠ ਕੇ ਛਕਦੇ ਪਏ ਸੀ, ਦੋ ਦੈਂਤ ਵੀ ਆਪਣਾ ਰੂਪ ਵਟਾ ਕੇ ਅਤੇ ਉਹ ਉਹਨਾਂ ਦੇ ਵਿੱਚ ਆ ਕੇ ਅਤੇ ਪੀ ਕੇ ਚਲੇ ਗਏ। ਇਹ ਤਾਂ ਇੱਕ ਕਹਾਣੀ ਹੈ। ਸਾਡਾ ਮਕਸਦ ਕਹਾਣੀ ਦੇ ਨਾਲ ਜੁੜਨ ਦਾ ਨਹੀਂ ਸੀ। ਇਹ ਸਿਰਫ ਇੰਨੀ ਕੁ ਦੱਸਣ ਦੀ ਲੋੜ ਹੈ ਕਿ ਗੁਰੂ ਸਾਹਿਬ ਇਸ ਗੱਲ ਨੂੰ ਸਮਝਾਉਣਾ ਚਾਹੁੰਦੇ ਨੇ ਵੀ ਵੇਖੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਬੰਦੇ ਜਿਹੜੇ ਨੇ ਨਾ ਉਹ ਅੰਮ੍ਰਿਤ ਵਾਲੇ ਪਾਸੇ ਨੂੰ ਜਾਂਦੇ ਰਹੇ ਨੇ ਵੀ ਹਾਂ ਇੱਦਾਂ ਦੀ ਕੋਈ ਚੀਜ਼ ਹੋਵੇਗੀ। ਟੀਵੀਆਂ ਦੇ ਉੱਤੇ ਜਾਂ ਜਿਹੜੀਆਂ ਅਸੀਂ ਖਾਸ ਕਰਕੇ ਪਰੀ ਕਹਾਣੀਆਂ ਪੜ੍ਹਦੇ ਹਾਂ ਨਾ, ਉਹਨਾਂ ਦੇ ਵਿੱਚ ਨਾ ਇੱਕ ਚੀਜ਼ ਤੁਸੀਂ ਵੇਖੋਗੇ, ਕਿਉਂਕਿ ਇਹ ਚੀਜ਼ਾਂ ਇੱਦਾਂ ਹੀ ਸਮਝੀਆਂ ਜਾ ਸਕਦੀਆਂ ਨੇ। ਜਿਹੜਾ ਉਹਨਾਂ ਦਾ ਮੇਨ ਐਕਟਰ ਹੁੰਦਾ ਹੈ, ਜਿਹੜਾ ਮੇਨ ਪਾਤਰ ਹੁੰਦਾ ਹੈ, ਉਹਨੂੰ ਇੱਕ ਟਾਸਕ ਦੇ ਦਿੱਤਾ ਜਾਂਦਾ, ਇੱਕ ਕੰਮ ਦੇ ਦਿੱਤਾ ਜਾਂਦਾ ਵੀ ਭਾਈ ਤੂੰ ਫਲਾਣੀ ਥਾਂ ਦੇ ਉੱਤੇ ਜਾ ਕੇ ਅਤੇ ਕੋਈ ਚੀਜ਼ ਚੁੱਕ ਕੇ ਲੈ ਕੇ ਆਉਣੀ ਹੈ। ਫਿਰ ਉਹਨੂੰ ਵੇਖੋ ਰਸਤੇ ਦੇ ਵਿੱਚ ਕਿੰਨੀਆਂ ਮੁਸੀਬਤਾਂ ਆਉਂਦੀਆਂ ਨੇ, ਕਿੰਨਾ ਉਹਨੂੰ ਦੁੱਖ ਤਕਲੀਫ ਝੱਲਣੀ ਪੈਂਦੀ ਹੈ, ਅਤੇ ਅੰਤ ਦੇ ਵਿੱਚ ਵਿਖਾ ਦਿੱਤਾ ਜਾਂਦਾ ਵੀ ਭਾਈ ਉਹ ਜਿਹੜੀ ਚੀਜ਼ ਸੀ ਉਹਦੇ ਤੱਕ ਪਹੁੰਚ ਗਿਆ। ਇਹ ਸਾਰੀ ਕਹਾਣੀ ਨੂੰ ਸੁਣਨ ਦਾ ਜਾਂ ਸਾਰੀ ਕਹਾਣੀ ਨੂੰ ਸਮਝਾਉਣ ਦਾ ਮਤਲਬ ਇੰਨਾ ਕੀ ਹੁੰਦਾ ਹੈ ਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਉੱਥੇ ਉਹਨੇ ਵਾਕਿਆ ਹੀ ਅੰਮ੍ਰਿਤ ਪੀਤਾ ਹੋਵੇਗਾ ਜਾਂ ਉਹਨੇ ਉਹ ਚੀਜ਼ ਪ੍ਰਾਪਤ ਕੀਤੀ ਹੋਵੇਗੀ। ਉਹ ਸਾਨੂੰ ਸਮਝਾਉਣ ਦੇ ਲਈ ਇੱਕ ਗੱਲ ਹੁੰਦੀ ਹੈ। ਉਹ ਗੱਲ ਇਸ ਪਾਸੇ ਦੀ ਹੁੰਦੀ ਹੈ ਵੀ ਵੇਖੋ ਜਿੰਨਾ ਔਖ ਇਹਨੂੰ ਹੈ ਨਾ ਇੱਥੋਂ ਤੱਕ ਪਹੁੰਚਣ ਦੇ ਲਈ, ਅੰਮ੍ਰਿਤ ਅਸੀਂ ਕਹਿ ਤਾਂ ਦਿੱਤਾ ਹੈ ਵੀ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਪਰ ਇਹ ਸਮਝ ਲਓ ਵੀ ਇੰਨਾ ਔਖਾ ਰਸਤਾ ਹੈ ਜ਼ਿੰਦਗੀ ਦਾ। ਸਾਰੀ ਜ਼ਿੰਦਗੀ ਇਸ ਪਾਸੇ ਦੇਣੀ ਪੈਂਦੀ, ਸਾਰੀ ਜ਼ਿੰਦਗੀ ਇਸ ਪਾਸੇ ਲਾਉਣੀ ਪੈਂਦੀ ਹੈ। ਕਹਿਣਾ ਸੌਖਾ ਹੈ ਇਸ ਗੱਲ ਨੂੰ। ਮੈਂ ਵੀ ਵੇਖੋ ਕਿੰਨੀ ਵਾਰ ਅਸੀਂ ਰੋਜ਼ ਪੜ੍ਹਦੇ ਪਏ ਹਾਂ ਨਾ ਕਿ ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਤੇ ਜ਼ਿੰਦਗੀ ਮੁੱਕਣ ਵਾਲੀ ਗੱਲ ਹੈ ਵੀ ਆਪਣਾ ਆਪਾ ਮੁੱਕ ਜਾਂਦਾ ਹੈ ਅਤੇ ਫਿਰ ਕਿਤੇ ਇਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ।
ਆਨੰਦ ਗੱਲੀ ਬਾਤੀ ਥੋੜ੍ਹਾ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਹੈ ਅੰਮ੍ਰਿਤ ਅਤੇ ਆਨੰਦ, ਇੱਥੇ ਇੱਕੋ ਹੀ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਇਹਨੂੰ ਇੱਦਾਂ ਸਮਝਣ ਦੀ ਕੋਸ਼ਿਸ਼ ਕਰੀਏ, ਸਤਿਗੁਰੂ ਕਹਿੰਦੇ ਖੋਜ ਦੇ ਸਾਰੇ ਪਏ ਸੀ, ਪਰ ਅਸੀਂ ਜਿਹੜਾ ਪ੍ਰਾਪਤ ਕੀਤਾ ਹੈ ਉਹ ਇਸ ਨੂੰ ਗੁਰੂ ਦੇ ਸ਼ਬਦ ਤੋਂ ਪ੍ਰਾਪਤ ਕੀਤਾ, ਗੁਰਬਾਣੀ ਤੋਂ ਪ੍ਰਾਪਤ ਕੀਤਾ। ਹੁਣ ਇਹਨੂੰ ਆਪਣੇ ਚਿੰਤਨ ਦੇ ਵਿੱਚ ਲੈ ਕੇ ਆਉਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ। ਮੈਂ ਸ਼ਾਇਦ ਪਹਿਲਾਂ ਵੀ ਇਸ ਗੱਲ ਨੂੰ ਬੋਲਿਆ ਹੋਵੇ, ਦੁਹਰਾ ਰਿਹਾ ਹਾਂ। ਉਹ ਕਹਿੰਦੇ ਨੇ ਕਿ ਇੱਕ ਫਕੀਰ ਨੂੰ ਕਿਤੇ ਕਿਸੇ ਨੇ ਦੱਸ ਦਿੱਤਾ ਵੀ ਇੱਕ ਪਾਰਸ ਇੱਦਾਂ ਦਾ ਹੁੰਦਾ ਹੈ ਜਿਹਦੇ ਨਾਲ ਪੱਥਰ ਟੱਚ ਕਰ ਜਾਵੇ ਅਤੇ ਉਹ ਸੋਨੇ ਦਾ ਬਣ ਜਾਂਦਾ। ਸੋ ਅੰਮ੍ਰਿਤ ਗੁਰ ਤੇ ਪਾਇਆ। ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਤੋਂ ਅੰਮ੍ਰਿਤ ਦੀ ਪ੍ਰਾਪਤੀ ਹੈ, ਪਰ ਇਹ ਅੰਮ੍ਰਿਤ ਇੱਦਾਂ ਦਾ ਨਹੀਂ ਵੀ ਜਿੱਦਾਂ ਕੋਈ ਲੈ ਜਾਵੇ ਬਰਤਨ ਦੇ ਵਿੱਚ ਭਰ ਕੇ ਅਤੇ ਉਹ ਅੰਮ੍ਰਿਤ ਹੈ। ਇਹਨੂੰ ਖੋਜਣਾ ਪੈਂਦਾ ਹੈ। ਸਤਿਗੁਰੂ ਨੇ ਸ਼ਬਦ ਵੇਖੋ ਇਸ ਕਰਕੇ ਬੜੇ ਕਮਾਲ ਦਾ ਲਿਖਿਆ, ਖੋਜਦੇ। ਖੋਜਣ ਦਾ ਮਤਲਬ ਕੀ ਹੈ? ਲੱਭਣਾ ਪੈਣਾ ਹੈ। ਇੱਦਾਂ ਸਾਹਮਣੇ ਸਾਹਮਣੇ ਕੁਝ ਵੀ ਨਹੀਂ ਹੈ, ਅਤੇ ਜਿਹੜੀ ਚੀਜ਼ ਲੱਭਣੀ ਪੈਂਦੀ ਹੈ ਉਹਦੇ ਲਈ ਟਾਈਮ ਵੀ ਦੇਣਾ ਪੈਂਦਾ ਹੈ। ਅਸੀਂ ਆਪਣੀ ਜ਼ਿੰਦਗੀ ਦਾ, ਗਿਆਨੀ ਸ਼ੇਰ ਸਿੰਘ ਹੁਣਾਂ ਨੇ ਕਿਤਾਬ ਲਿਖੀ ਹੈ ਗੁਰਮਤਿ ਦਰਸ਼ਨ, ਉਹਦੀ ਸਟਾਰਟਿੰਗ ਦੇ ਵਿੱਚ ਹੀ ਗੱਲ ਲਿਖੀ ਹੈ। ਕਹਿੰਦੇ ਅਸੀਂ ਜਿਸ ਪਾਸੇ ਦੀ ਜ਼ਿੰਦਗੀ 'ਚ ਕਮਾਈ ਕਰਨੀ ਹੋਵੇ ਨਾ, ਸਾਨੂੰ ਪਤਾ ਵੀ ਸਾਡੀ ਪੇਟ ਦੀ ਖਾਤਰ ਅਸੀਂ ਕੁਝ ਕਮਾਉਣਾ ਹੈ, ਅਤੇ ਉਸ ਚੀਜ਼ ਨੂੰ ਵੇਖੋ ਅਸੀਂ ਜ਼ਿੰਦਗੀ ਦੇ 30 ਸਾਲ ਦੇ ਦਿੰਦੇ ਹਾਂ। ਨੋਰਮਲ ਪੜ੍ਹਾਈ 25 ਸਾਲ ਤੱਕ ਅਸੀਂ ਕਰਦੇ ਹਾਂ, ਫਿਰ ਅਸੀਂ ਸਿੱਖਦੇ ਰਹਿੰਦੇ ਹਾਂ ਫੀਲਡ ਦੇ ਵਿੱਚ ਜਾ ਕੇ। ਲਗਭਗ ਅਸੀਂ 25-30 ਸਾਲ ਜਦੋਂ ਪੜ੍ਹਦੇ ਹਾਂ ਅਤੇ ਫਿਰ ਵੀ ਸਾਡੇ ਟੀਚਰ ਸਾਨੂੰ ਬਾਹਰ ਨਿਕਲਣ ਲੱਗਿਆਂ ਇਹੋ ਹੀ ਕਹਿੰਦੇ ਨੇ ਵੀ ਇਹਨੂੰ ਅੰਤ ਨਾ ਸਮਝਿਓ, ਅਜੇ ਤੁਹਾਡੀ ਬਾਹਰ ਜਾ ਕੇ ਪੜ੍ਹਾਈ ਸ਼ੁਰੂ ਹੋਣੀ ਹੈ। ਇੱਕ ਪਾਸੇ ਦੀ ਪੜ੍ਹਾਈ ਨੂੰ ਅਸੀਂ ਵੇਖੋ ਕਿੰਨਾ ਟਾਈਮ ਦੇ ਰਹੇ ਹਾਂ, ਅਤੇ ਫਿਰ ਵੀ ਸਾਨੂੰ ਪਤਾ ਹੈ ਵੀ ਜੇ ਹਿਸਟਰੀ ਦੀ ਪੜ੍ਹਾਈ ਕੋਈ ਕਰਦਾ ਪਿਆ ਹੈ ਅਤੇ ਉਹਨੂੰ ਪੁੱਛੋ ਵੀ ਤੈਨੂੰ ਹਿਸਟਰੀ ਦਾ ਸਾਰਾ ਕੁਝ ਹੀ ਪਤਾ ਹੈ, ਉਹਨੂੰ ਇੱਕ ਦੇਸ਼ ਦੀ ਹਿਸਟਰੀ ਦਾ ਪਤਾ ਹੋ ਸਕਦਾ, ਫਿਰ ਵੀ ਕਹਿੰਦਾ ਜੇ ਮੈਨੂੰ ਕੁਝ ਨਹੀਂ ਪਤਾ। ਜਿਹਨੇ ਇੱਕ ਆਪਣਾ ਸਟਰੀਮ ਜਿਹੜਾ ਉਹ ਸਾਇੰਸ ਰੱਖ ਲਿਆ, ਸਾਇੰਸ ਦੇ ਵਿੱਚੋਂ ਵੀ ਅੱਗੇ ਸਿਰਫ ਇੱਕ ਚੀਜ਼ ਨੂੰ ਹੀ ਲੈ ਕੇ ਚੱਲਦਾ ਪਿਆ ਹੈ, ਸਾਰੀ ਸਾਇੰਸ ਨੂੰ ਨਹੀਂ ਲੈ ਕੇ ਚੱਲਦਾ ਪਿਆ। ਇਹਦਾ ਮਤਲਬ ਜ਼ਿੰਦਗੀ ਲੱਗ ਗਈ ਹੈ ਉਹਦੀ, ਪਰ ਉਹਨੇ ਸਿਰਫ ਇੱਕ ਚੀਜ਼ ਨੂੰ ਖੋਜਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤੁਸੀਂ ਵੇਖੋਗੇ ਨਾ ਇਸ ਚੀਜ਼ ਨੂੰ ਕਿ ਪਹਿਲਾਂ ਆਮ ਜਿਹੜੇ ਵੈਦ ਹੁੰਦੇ ਸੀ ਜਾਂ ਹਕੀਮ ਹੁੰਦੇ ਸੀ, ਜਾਂ ਆਮ ਕਰਕੇ ਛੋਟੇ ਪੱਧਰ ਦੇ ਉੱਤੇ ਜਿਹੜੇ ਡਾਕਟਰ ਨੇ, ਇਹਨਾਂ ਦੇ ਕੋਲ ਅਸੀਂ ਜਾਈਏ ਅਤੇ ਇਹ ਵੇਖੋ ਕਿਤੇ ਸਿਰ ਦਰਦ ਹੋ ਰਿਹਾ ਹੋਵੇ ਉਹਦੀ ਵੀ ਦਵਾਈ ਦੇ ਦਿੰਦੇ ਨੇ, ਕੰਨ ਦਰਦ ਹੋ ਰਿਹਾ ਹੋਵੇ ਉਹਦੀ ਵੀ ਦਵਾਈ, ਬੁਖਾਰ ਹੋਇਆ ਹੋਵੇ ਉਹਦੀ ਵੀ ਦਵਾਈ। ਪਰ ਤੁਸੀਂ ਕਿਤੇ ਵੇਖੋਗੇ ਜਿਹੜੇ ਸਪੈਸ਼ਲਿਸਟ ਨੇ ਫਿਰ ਉਹ ਕੀ ਕਹਿੰਦੇ ਨੇ ਵੀ ਭਾਈ ਜਿਹਦਾ ਮੇਰੇ ਕੋਲ ਕੋਰਸ ਹੈ, ਜਿਹਦੀ ਮੈਨੂੰ ਸਮਝ ਹੈ, ਜੇ ਉਹ ENT ਹੈ ਤਾਂ ਫਿਰ ਉਹ ENT ਹੈ, ਫਿਰ ਹੋਰ ਕਿਸੇ ਪਾਸੇ ਨਹੀਂ ਵੇਖਦਾ ਪਿਆ। ਉਹਦਾ ਕੰਮ ਸਿਰਫ ਉਸ ਚੀਜ਼ ਨੂੰ ਵੇਖਣਾ। ਇਹਦਾ ਮਤਲਬ ਕਿ ਉਹਦੀ ਸਟੱਡੀ ਉਹਦੇ ਉੱਤੇ ਕਿੰਨੀ ਜ਼ਿਆਦਾ ਪਕੜ ਵਾਲੀ ਹੈ। ਰੋਜ਼ ਸ਼ਾਮ ਨੂੰ ਜੇ ਕਿਤੇ ਉਹ ਬੈਠਦਾ ਹੈ, ਨਵੀਂ ਕਿਤਾਬ ਵੇਖਦਾ ਹੈ, ਨਵੀਂ ਚੀਜ਼ ਵੇਖਦਾ ਵੀ ਅੱਜ ਇਸ ਜਿਹੜੀ ਮੇਰੀ ਪੜ੍ਹਾਈ ਹੈ ਇਹਦੇ ਵਿੱਚ ਨਵੀਂ ਖੋਜ ਕੀ ਆ ਗਈ ਹੈ। ਇਹ ਤਾਂ ਸਾਨੂੰ ਇੰਝ ਲੱਗਦਾ ਹੋਵੇਗਾ ਵੀ ਕਿਤੇ ਸ਼ਾਇਦ ਬੰਦੇ ਪੜ੍ਹ ਕੇ ਤੇ ਹਟ ਜਾਂਦੇ ਨੇ। ਤੁਸੀਂ ਬਹੁਤੀ ਵਾਰ ਵੇਖੋ ਉਹਨਾਂ ਨੂੰ ਸਗੋਂ ਜ਼ਿਆਦਾ ਸਟੱਡੀ ਕਰਨੀ ਪੈਂਦੀ ਹੈ। ਨੌਕਰੀ ਮਿਲਣ ਤੋਂ ਬਾਅਦ ਵੀ ਲਗਾਤਾਰ ਪੜ੍ਹਨਾ ਪੈਂਦਾ, ਕਿਉਂਕਿ ਅਪ ਟੂ ਡੇਟ ਰਹਿਣਾ ਪੈਂਦਾ। ਜੇ ਅਪ ਟੂ ਡੇਟ ਨਹੀਂ ਰਹਿਣਗੇ ਤਾਂ ਫਿਰ ਜਿਹੜਾ ਕਿਤੇ ਕੋਰਸ ਕਰਦੇ ਉਹਨਾਂ ਨੇ ਆਪਰੇਸ਼ਨ ਸਿੱਖਿਆ, ਬਸ ਉਹੀ ਹਾਲ ਰਹਿ ਜਾਣਾ ਉਹਨਾਂ ਦਾ। ਇਸ ਕਰਕੇ ਅਪ ਟੂ ਡੇਟ ਰਹਿਣ ਦੇ ਲਈ ਉਹਨਾਂ ਨੂੰ ਰੋਜ਼ ਪੜ੍ਹਨਾ ਪੈਂਦਾ। ਹੁਣ ਇਹਦਾ ਮਤਲਬ ਹੈ ਵੀ ਜਿਹੜੀ ਪੜ੍ਹਾਈ ਸਾਡੀ ਪੇਟ ਦੀ ਖਾਤਰ ਹੈ ਉਹਦੇ ਵਿੱਚ ਅਸੀਂ ਰੋਜ਼ ਅਪ ਟੂ ਡੇਟ ਰਹਿੰਦੇ ਹਾਂ। ਇੱਦਾਂ ਜ਼ਿਆਦਾ ਕਲੀਅਰ ਨਹੀਂ ਹੋਵੇਗਾ ਤਾਂ ਤੁਸੀਂ ਵੇਖ ਲਓ, ਸਾਡਾ ਫੋਨ ਹੈ, ਸਾਡੇ ਕੋਲ ਅਪਡੇਟ ਨਾ ਹੋਵੇ ਸਾਡਾ ਫੋਨ ਸਲੋਅ ਹੋ ਜਾਂਦਾ। ਜੋ ਫੀਚਰ ਨਵੇਂ ਆ ਰਹੇ ਨੇ ਉਹ ਇਹਦੇ ਵਿੱਚ ਨਾ ਹੋਣ, ਆਪਣੇ ਆਪ ਹੀ ਸਾਨੂੰ ਚਲਾਉਣ ਦੇ ਵਿੱਚ ਹੀ ਠੀਕ ਨਹੀਂ ਲੱਗੇਗਾ। ਇਹੀ ਫੋਨ ਅਪਡੇਟ ਹੋ ਜਾਂਦਾ ਹੈ, ਫੀਚਰ ਸਾਰੇ ਨਵੇਂ ਜੋ ਆ ਰਹੇ ਨੇ ਉਹ ਸਾਰਾ ਕੁਝ ਨਵਾਂ ਵਰਜ਼ਨ ਆ ਜਾਂਦਾ ਹੈ, ਸਾਨੂੰ ਉਹੀ ਫੋਨ ਠੀਕ ਲੱਗਣ ਲੱਗ ਪੈਂਦਾ। ਮਤਲਬ ਫੋਨ ਵੀ ਸਾਨੂੰ ਅਪ ਟੂ ਡੇਟ ਰੱਖਣਾ ਪੈਂਦਾ ਹੈ, ਆਪਣੇ ਆਪ ਨੂੰ ਵੀ ਅਪ ਟੂ ਡੇਟ ਰੱਖਣਾ ਪੈਂਦਾ। ਕਾਹਦੇ ਲਈ? ਤਾਂ ਕਿ ਅਸੀਂ ਜਿਸ ਲਾਈਨ ਦੇ ਵਿੱਚ ਤੁਰੇ ਪਏ ਹਾਂ ਸਾਨੂੰ ਉਸ ਲਾਈਨ ਦੇ ਵਿੱਚ ਪਿੱਛੇ ਨਾ ਪੈ ਜਾਣਾ ਪੈ ਜਾਵੇ, ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ ਇਸ ਚੀਜ਼ ਦੇ ਵਿੱਚ। ਹੁਣ ਦੂਸਰਾ ਪਾਸਾ, ਅਸੀਂ ਪੜ੍ਹ ਲਿਆ ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅਤੇ ਮੈਂ ਬੇਨਤੀ ਕਰਾਂ, ਗਿਆਨੀ ਸ਼ੇਰ ਸਿੰਘ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਾਂ ਇੱਕ ਇੱਕ ਅੰਗ ਇੱਦਾਂ ਦਾ ਵੀ ਜਿਹਨੂੰ ਇੱਕ ਨੂੰ ਸਮਝਦਿਆਂ ਕਈ ਕਈ ਸਾਲ ਲੱਗ ਸਕਦੇ ਨੇ। ਪਰ ਸਾਡਾ ਕੀ ਹਿਸਾਬ ਹੈ, ਅਸੀਂ ਤਾਂ 2-4 ਮਿੰਟਾਂ ਦੇ ਵਿੱਚ ਹੀ ਅੰਗ ਪਰੇ ਕਰਕੇ, ਮੈਂ ਆਪਣੀ ਗੱਲ ਹੀ ਕਰਾਂ, ਕਿਸੇ ਨੂੰ ਹੋਰ ਕੀ ਕਹਿਣਾ,
ਦੋਵਾਂ ਚੋਵਾਂ ਮਿੰਟਾਂ ਦੇ ਵਿੱਚ ਹੀ ਅੰਗ ਪਰੇ ਕਰਕੇ ਤੇ ਅਸੀਂ ਕਹਿ ਦਿੰਦੇ ਹਾਂ ਸਾਡਾ ਪਾਠ ਹੋ ਗਿਆ, ਸਾਡਾ ਨਿਤਨੇਮ ਹੋ ਗਿਆ, ਸਾਡਾ ਸਹਿਜ ਪਾਠ ਹੋ ਗਿਆ। ਇੱਕ ਪਾਸੇ ਅਸੀਂ ਇੰਨੀ ਮਿਹਨਤ ਲਾ ਰਹੇ ਹਾਂ ਵੀ 8 ਘੰਟੇ ਪੜ੍ਹੀਏ ਸਾਨੂੰ ਤਾਂ ਵੀ ਲੱਗਦਾ ਥੋੜ੍ਹਾ ਹੈ, ਇੱਕ ਪਾਸੇ ਅਸੀਂ 20 ਮਿੰਟ ਪਾਠ ਕਰਦੇ ਹਾਂ ਅਤੇ ਸਾਨੂੰ ਲੱਗਦਾ ਬੜਾ ਪਾਠ ਕਰ ਲਿਆ। ਅਤੇ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਕੀ ਹੋਵੇਗਾ ਫਿਰ? ਤੁਸੀਂ ਵੇਖੋ ਪਦਾਰਥਾਂ ਦੀ ਤਰੱਕੀ ਕਿੰਨੀ ਹੋ ਗਈ, ਸਾਡੇ ਕੋਲ ਕਿੰਨਾ ਮਟੀਰੀਅਲ ਆ ਗਿਆ, ਕਿਉਂਕਿ ਮਿਹਨਤ ਮਟੀਰੀਅਲ ਵਾਲੇ ਪਾਸੇ ਦੀ ਸੀ। ਅਸੀਂ ਇਸ ਪਾਸੇ ਦੀ ਮਿਹਨਤ ਵੀ ਕਿਤੇ ਕਿੰਨੀ ਕੁ ਕੀਤੀ ਹੈ। ਜੇ ਇਮਾਨਦਾਰੀ ਦੇ ਨਾਲ ਸੋਚੀਏ, ਤੁਸੀਂ ਵੇਖਦੇ ਜੇ ਮਹਾਰਾਜ ਤੰਦਰੁਸਤੀ ਦੇਵੇ ਤੁਹਾਨੂੰ, ਗੁਰਦੁਆਰੇ ਆ ਕੇ ਬੈਠਦੇ ਹਾਂ, ਜੇ ਧਿਆਨ ਦੇ ਨਾਲ ਕਿਤੇ ਸੋਚੀਏ ਵੀ ਬੰਦਾ ਅਸੀਂ ਧਾਰਮਿਕ ਹੋਣ ਦੀ ਜਾਂ ਧਾਰਮਿਕ ਸਥਾਨਾਂ ਦੇ ਉੱਤੇ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਵੀ ਸਾਨੂੰ ਕੋਈ ਪੁੱਛ ਲਵੇ ਵੀ ਸਾਨੂੰ ਧਰਮ ਦੇ ਬਾਰੇ, ਅਧਿਆਤਮ ਦੇ ਬਾਰੇ ਕਿੰਨੀ ਕੁ ਜਾਣਕਾਰੀ ਹੈ, ਅਤੇ ਸ਼ਾਇਦ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਇਸ ਪਾਸੇ ਤੋਂ ਨਿੱਤਰ ਜਾਵੇ। ਨਹੀਂ ਤਾਂ ਬਹੁਤੀ ਵਾਰ ਕਹਾਂਗੇ ਜੀ ਜਾਂਦੇ ਤੇ ਹਾਂ, ਸਾਨੂੰ ਪਤਾ ਨਹੀਂ ਹੈ ਕੀ ਹੈ, ਔਰ ਅਕਸਰ ਇੱਦਾਂ ਹੋ ਜਾਂਦਾ। ਹੁਣ ਜਿਹੜਾ ਹੈ ਹੀ ਸਬਜੈਕਟ ਖੋਜ ਦਾ ਹੈ, ਖੋਜ ਲਈ ਟਾਈਮ ਲਾਉਣਾ ਪੈਂਦਾ। ਇੱਥੇ ਚੀਜ਼ ਡਿੱਗ ਪਈ ਕੋਈ, ਜੇ ਲੱਭਾਂਗੇ ਤਾਂ ਲੱਭਦਿਆਂ 5 ਮਿੰਟ ਲੱਗਣ, 10 ਮਿੰਟ ਲੱਗਣ, ਜਦੋਂ ਤੱਕ ਲੱਭੀ ਨਹੀਂ ਗਈ ਟਾਈਮ ਲੱਗੀ ਜਾ ਰਿਹਾ। ਖੋਜ ਦਾ ਮਤਲਬ ਹੀ ਇਹ ਹੈ ਵੀ ਅਜੇ ਖੋਜਣਾ ਪੈਣਾ, ਅਜੇ ਇਸ ਪਾਸੇ ਟਾਈਮ ਲਾਉਣਾ ਪੈਣਾ, ਇਸ ਪਾਸੇ ਧਿਆਨ ਲਾਉਣਾ ਪੈਣਾ। ਅਸੀਂ ਇਸ ਪਾਸੇ ਧਿਆਨ ਲਾਉਂਦੇ ਨਹੀਂ, ਪਰ ਇੱਦਾਂ ਸੋਚਦੇ ਪਏ ਹਾਂ ਕਿ ਬਣਿਆ ਬਣਾਇਆ ਸਾਰਾ ਕੁਝ ਹੀ ਸਾਡੇ ਸਾਹਮਣੇ ਆ ਕੇ ਅਤੇ ਬਸ ਸਾਡੇ ਅੰਦਰ ਵਸ ਜਾਵੇ, ਅਤੇ ਬਸ ਗੁਰੂ ਗ੍ਰੰਥ ਸਾਹਿਬ ਨੂੰ ਵੇਖੀਏ ਅਤੇ ਸਾਡੇ ਕਪਾਟ ਖੁੱਲ੍ਹ ਜਾਣ, ਬਸ ਗੱਲ ਖਤਮ ਹੋ ਗਈ ਸਾਡੀ। ਇੰਨੇ ਕੁ ਆਲਸੀ ਤੇ ਅਸੀਂ ਬਣ ਗਏ ਹਾਂ ਧਾਰਮਿਕ ਦੁਨੀਆ ਦੇ ਵਿੱਚ। ਜਿਹੜੇ ਪਾਠ ਕਰਦੇ ਨੇ, ਨਮਸਕਾਰ ਹੈ ਉਹਨਾਂ ਦੇ ਚਰਨਾਂ ਦੇ ਉੱਤੇ। ਪਰ ਇਹ ਵੀ ਸੱਚ ਹੈ, ਬਹੁਤੀਆਂ ਸਿੱਖਾਂ ਨੂੰ ਇਹੋ ਵਹਿਮ ਪੈ ਗਿਆ ਵੀ ਰੁਮਾਲਾ ਚੁੱਕ ਕੇ ਪਰੇ ਕਰਨ ਦੀ ਲੋੜ ਨਹੀਂ ਹੈ, ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਮੈਨੂੰ ਆਪੇ ਸਮਝ ਆ ਜਾਣਾ। ਬਹੁਤਿਆਂ ਨੂੰ ਇਹੋ ਲੱਗਦਾ, ਇਸ ਕਰਕੇ ਨਿਤਨੇਮ ਦੇ ਨਾਲ ਵਾਸਤਾ ਨਹੀਂ ਉਹਨਾਂ ਦਾ। ਕੋਈ ਨਹੀਂ ਪਤਾ ਵੀ ਸਵੇਰੇ ਨਿਤਨੇਮ ਕਰਨਾ ਹੈ, ਸ਼ਾਮਾਂ ਨੂੰ ਕਰਨਾ ਹੈ, ਫਿਰ 20-25 ਦਿਨਾਂ ਬਾਅਦ ਨਿਤਨੇਮ ਕੀਤਾ ਤਾਂ ਇੱਦਾਂ ਦੀ ਗੱਲ ਹੈ ਵੀ ਜੋ ਪਹਿਲਾਂ ਕੀਤਾ ਉਹ ਵੀ ਭੁੱਲ ਜਾਣਾ। ਹਾਲਾਂਕਿ ਇਹ ਖੋਜ ਦਾ ਵਿਸ਼ਾ ਹੈ। ਹੁਣ ਗੁਰੂ ਸਾਹਿਬ ਕੀ ਕਹਿ ਰਹੇ ਨੇ ਇਹਨੂੰ ਸਮਝੀਏ। ਮੈਂ ਉਹ ਗੱਲ ਆਪ ਜੀ ਦੇ ਅੱਗੇ ਰੱਖਣੀ ਹੈ ਖੋਜ ਦਾ ਵਿਸ਼ਾ ਹੈ, ਪਰ ਐਡਾ ਸੌਖਾ ਵੀ ਨਹੀਂ ਵੀ ਜਿਹੜਾ ਅੱਜ ਕਹੀਏ ਵੀ ਅੱਜ ਖੋਜ ਦੇ ਵਿੱਚ ਬੈਠੇ ਹਾਂ ਅਤੇ ਕੱਲ੍ਹ ਲੱਭ ਗਿਆ। ਗੁਰੂ ਸਾਹਿਬ ਦੀ ਇੱਕ ਪੰਕਤੀ ਸਮਝ ਲਈਏ। ਹਜ਼ੂਰ ਕਹਿੰਦੇ ਆਸ ਪਾਸ ਬਿਖੂਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਰੇ। ਉਹ ਕਿਤੇ ਬਾਹਰ ਨਹੀਂ ਹੈ ਵੀ ਤੁਸੀਂ ਜਿੱਦਾਂ ਕਿਤੇ ਮੰਨ ਲਓ ਕਟੋਰਾ ਅੰਮ੍ਰਿਤ ਦਾ ਭਰਿਆ ਅਤੇ ਉਹਨੂੰ ਮੂੰਹ ਲਾ ਕੇ ਪੀ ਜਾਣਾ ਹੈ, ਇੱਦਾਂ ਦਾ ਪਾਸਾ ਨਹੀਂ ਹੈ। ਇਹ ਆਨੰਦ ਜਿਹੜਾ ਹੈ ਉਹ ਮਾਲਿਕ ਨੇ ਅੰਦਰ ਹੀ ਪੈਦਾ ਕੀਤਾ ਹੈ। ਪਰ ਇੱਦਾਂ ਕਹਿ ਦਈਏ ਕਿ ਜਿੰਨਾ ਫਲਦਾਰ ਬਾਗ ਹੋਵੇ ਉਹਦੇ ਆਲੇ ਦੁਆਲੇ ਵਾੜ ਓਨੀ ਜ਼ਬਰਦਸਤ ਕਰ ਦਿੱਤੀ ਜਾਂਦੀ ਹੈ, ਫੈਂਸ ਓਨੀ ਵਧੀਆ ਕਰ ਦਿੱਤੀ ਜਾਂਦੀ ਹੈ। ਕਿਉਂਕਿ ਜੰਗਲੀ ਜਾਨਵਰ ਆ ਕੇ ਉਜਾੜ ਨਾ ਦੇਣ। ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ ਆਸ ਪਾਸ ਬਿਖੂਆ ਕੇ ਕੁੰਟਾ, ਆਸੇ ਪਾਸੇ ਤੁਸੀਂ ਵੇਖੋਗੇ ਵੀ ਤੁਹਾਨੂੰ ਅਸੀਂ ਕਹੀ ਜਾਂਦੇ ਹਾਂ ਜਾਂ ਸਾਨੂੰ ਸਾਡੇ ਵੱਡੇ ਕਹਿ ਕੇ ਗਏ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹ ਕਹਿੰਦੀ ਹੈ ਵੀ ਬਾਣੀ ਪੜ੍ਹੀ ਜਾਓ ਤੁਹਾਨੂੰ ਆਨੰਦ ਆਵੇਗਾ। ਸਹਿਮਤ ਜੇ ਨਾ ਇਸ ਗੱਲ ਦੇ ਨਾਲ ਕਿ ਤੁਹਾਨੂੰ ਵੱਡੇ ਇਹ ਕਹਿ ਕੇ ਗਏ, ਸਾਨੂੰ ਵੀ ਕਿਹਾ, ਅਸੀਂ ਵੀ ਇਸ ਗੱਲ ਨੂੰ ਕਹਿ ਰਹੇ ਹਾਂ ਵੀ ਬਾਣੀ ਪੜ੍ਹੀ ਜਾਓ ਤੁਹਾਨੂੰ ਆਨੰਦ ਆਵੇਗਾ, ਕੀਰਤਨ ਸੁਣੋ ਤੁਹਾਨੂੰ ਆਨੰਦ ਆਵੇਗਾ, ਸੇਵਾ ਕਰੋ ਤੁਹਾਨੂੰ ਆਨੰਦ ਆਵੇਗਾ। ਪਰ ਸਾਡੇ ਨਾਲ ਕੀ ਹੋ ਰਿਹਾ? ਅਸੀਂ ਥੱਕ ਵੀ ਬੜੀ ਛੇਤੀ ਜਾਂਦੇ ਹਾਂ, ਫਿਰ ਅਸੀਂ ਸਾਲ ਕੁ ਬਾਅਦ ਹੀ ਇਹ ਕਹਿਣ ਲੱਗ ਪੈਂਦੇ ਹਾਂ ਗੱਲ ਨਹੀਂ ਬਣਦੀ। ਸੁਣਦੇ ਤਾਂ ਬਹੁਤ ਹਾਂ ਵੀ ਆਨੰਦ ਆਵੇਗਾ, ਆਨੰਦ ਆਵੇਗਾ, ਲੱਗਦਾ ਨਹੀਂ ਵੀ ਆਨੰਦ ਆਵੇਗਾ। ਉਹ ਬਿਲਕੁਲ ਇੱਦਾਂ ਦੀ ਗੱਲ ਹੈ ਵੀ ਜਿੱਦਾਂ ਕਿਸੇ ਨੂੰ ਪਤਾ ਤਾਂ ਹੈ ਸਾਨੂੰ ਵੀ ਜ਼ਮੀਨ ਖੋਜਾਂਗੇ ਤਾਂ ਥੱਲਿਓਂ ਪਾਣੀ ਨਿਕਲੇਗਾ, ਪਰ ਜਦੋਂ ਅਸੀਂ ਖੋਜਦੇ ਰਹਿੰਦੇ ਹਾਂ ਫਿਰ ਅਸੀਂ ਥੱਕ ਜਾਂਦੇ ਹਾਂ ਵੀ ਪਤਾ ਨਹੀਂ ਨਿਕਲਣਾ ਵੀ ਹੈ ਕਿ ਨਹੀਂ। ਫਿਰ ਬਿਲਕੁਲ ਹੋ ਸਕਦਾ ਉੱਥੇ ਹੀ ਪਾਣੀ ਹੋਵੇ, ਪਰ ਅਸੀਂ ਆਪਣੀ ਖੋਜ ਬੰਦ ਕਰਕੇ ਨਵੀਂ ਥਾਂ 'ਤੇ ਖੋਜਣ ਚਲੇ ਗਏ, ਨਹੀਂ ਇੱਥੇ ਨਹੀਂ ਕੁਝ ਬਣਦਾ, ਅੱਗੇ ਜਾ ਕੇ ਵੇਖਦੇ। ਉਹ ਸਾਡੀ ਇੱਦਾਂ ਦੀ ਹਾਲਤ ਹੈ। ਥੋੜ੍ਹੀ ਜਿਹੀ ਮਿਹਨਤ ਕੀਤੀ ਫਿਰ ਥੱਕ ਗਏ, ਖੋਜਿਆ ਥੋੜ੍ਹੇ ਦਿਨ ਖੋਜਿਆ, ਬਸ ਫਿਰ ਸਾਡੀ ਗੱਲ ਹੋ ਗਈ। ਸਾਡਾ ਅਧਿਆਤਮ ਇੱਦਾਂ ਰਹਿੰਦਾ, ਬਸ ਡੋਲਦਾ ਰਹਿੰਦਾ। 4 ਦਿਨ ਬਹੁਤ ਨੇੜੇ ਹੋ ਗਏ, 4 ਦਿਨ ਬਹੁਤ ਦੂਰ ਚਲੇ ਗਏ, ਔਰ ਜਿੰਨੀ ਕੁ ਅਸੀਂ ਖੋਜ ਕੀਤੀ ਹੁੰਦੀ ਹੈ ਸਾਡੀ ਫਿਰ ਖੋਜ ਦੇ ਉੱਤੇ ਮਿੱਟੀ ਪੈ ਜਾਂਦੀ ਹੈ, ਸਾਡਾ ਫਿਰ ਜੀਵਨ ਨਹੀਂ ਉਸ ਪਾਸੇ ਲੱਗਦਾ। ਔਰ ਫਿਰ ਦੁਹਰਾ ਦੇਵਾਂ, ਜੇ ਖੋਜ ਨਹੀਂ ਹੈ ਅਤੇ ਇਹ ਚੀਜ਼ਾਂ ਇਸ ਪਾਸੇ ਤੋਂ ਅਸੀਂ ਸਮਝ ਹੀ ਨਹੀਂ ਸਕਦੇ। ਮਹਾਰਾਜ ਕਹਿੰਦੇ ਨੇ ਤੁਸੀਂ ਇੱਦਾਂ ਕਰੋਗੇ, ਆਸ ਪਾਸ ਬਿਖੂਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਰੇ। ਆਲੇ ਦੁਆਲੇ ਤੁਹਾਨੂੰ ਜ਼ਹਿਰ ਹੀ ਨਜ਼ਰ ਆਵੇਗੀ, ਆਲੇ ਦੁਆਲੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਨਜ਼ਰ ਆਉਣਗੀਆਂ ਵੀ ਮੈਂ ਤਾਂ ਅੰਦਰ ਸੋਚਦਾ ਹਾਂ, ਅੰਦਰ ਤੇ ਕ੍ਰੋਧ ਨਜ਼ਰ ਆ ਰਿਹਾ ਹੈ, ਅੰਦਰ ਸੋਚਦਾ ਪਿਆ ਅੰਦਰ ਤੇ ਕਾਮ ਨਜ਼ਰ ਆ ਰਿਹਾ ਹੈ, ਅੰਦਰ ਵੇਖਦਾ ਪਿਆ ਹਾਂ ਅੰਦਰ ਤੇ ਈਰਖਾ ਨਜ਼ਰ ਆ ਰਹੀ ਹੈ। ਪਰ ਇਹਨਾਂ ਚੀਜ਼ਾਂ ਨੂੰ ਪਰੇ ਕਰਾਂਗੇ ਤਾਂ ਗੁਰਬਾਣੀ ਦੀ ਪੰਕਤੀ ਇਹ ਕਹਿ ਰਹੀ ਹੈ ਵੀ ਵਾਕਿਆ ਅੰਦਰ ਅੰਮ੍ਰਿਤ ਦਾ ਕੁੰਡ ਵੀ ਹੈ।
ਹੁਣ ਜਿਹੜਾ ਉੱਥੋਂ ਤੱਕ ਪਹੁੰਚੇਗਾ ਨਹੀਂ, ਬਾਹਰੋਂ ਜਿੰਨੀਆਂ ਮਰਜ਼ੀ ਚੀਜ਼ਾਂ ਨੂੰ ਫੋਲ ਕੇ ਆ ਜਾਵੇ, ਉਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ। ਉਹਨੂੰ ਲੱਗੇਗਾ ਮੈਂ ਬੜੀ ਮਿਹਨਤ ਕੀਤੀ ਹੈ, ਪਰ ਉੱਥੋਂ ਤੱਕ ਮਿਹਨਤ ਨਹੀਂ ਕੀਤੀ ਜਿੱਥੋਂ ਤੱਕ ਉਹਦੀ ਖੋਜ ਜਾਣੀ ਚਾਹੀਦੀ ਸੀ, ਜਿੱਥੋਂ ਤੱਕ ਵਾਕਿਆ ਹੀ ਕੁਝ ਹੈ ਸੀ। ਕਿਤੇ ਪਾਣੀ ਦੇ ਵਿੱਚ 100 ਫੁੱਟ ਦੀ ਡੂੰਘਾਈ ਦੇ ਵਿੱਚ ਮੋਤੀ ਪਏ ਹੋਣ ਤਾਂ ਡਾਈਵਰ ਜਿਹੜਾ ਹੈ ਉਹ ਜਾ ਕੇ 90-95 ਦੇ ਉੱਤੇ ਜਾ ਕੇ ਤੇ ਮੁੜ ਆਵੇ ਅਤੇ ਵਾਰ-ਵਾਰ ਕਹੇ ਮੈਂ ਤਾਂ 90-95 ਫੁੱਟ ਥੱਲੇ ਜਾ ਰਿਹਾ ਹਾਂ। ਜਦੋਂ ਉਹ ਪੂਰੇ 100 ਫੁੱਟ 'ਤੇ ਨਹੀਂ ਜਾਵੇਗਾ, ਉਹ ਨਹੀਂ ਮਿਲੇਗਾ। ਇਸ ਕਰਕੇ ਇਹ ਇੱਦਾਂ ਦੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਕਹਿੰਦੇ ਹੁਣ ਗੁਰੂ ਤੋਂ ਪਾਇਆ। ਹੁਣ ਸਾਡੀ ਖੋਜ ਦਾ ਹਿਸਾਬ ਕਿਤਾਬ ਕੀ ਹੈ ਆਪਾਂ ਗੱਲ ਕਰ ਲਈਏ। ਉਹ ਕਹਿੰਦੇ ਕਿਸੇ ਫਕੀਰ ਨੂੰ ਕਿਸੇ ਨੇ ਦੱਸ ਪਾ ਦਿੱਤੀ ਵੀ ਭਾਈ ਇੱਕ ਪਾਰਸ ਹੁੰਦਾ ਹੈ ਅਤੇ ਇਹ ਜਿਸ ਵੀ ਪੱਥਰ ਦੇ ਨਾਲ ਕਿਤੇ ਛੋਵੇ ਨਾ ਉਹਨੂੰ ਸੋਨਾ ਬਣਾ ਦਿੰਦਾ। ਮੈਂ ਫਿਰ ਇੱਥੇ ਗੱਲ ਆ ਕੇ ਸ਼ੁਰੂ ਕਰਾਂਗਾ। ਮੈਂ ਕਿਹਾ ਸੀ ਵੀ ਸਾਨੂੰ ਯਕੀਨ ਤਾਂ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਮ੍ਰਿਤ ਦੀ ਦਾਤ ਦਿੰਦਾ। ਅਸੀਂ ਕਹਿੰਦੇ ਤਾਂ ਹੈਗੇ ਵੀ ਗੁਰੂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਵੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਵੀ ਇਹਦੇ ਵਿੱਚ ਅੰਮ੍ਰਿਤ ਨੂੰ ਸੰਭਾਲਿਆ ਗਿਆ ਹੈ। ਸਾਹਮਣੇ ਨਹੀਂ ਨਜ਼ਰ ਆ ਰਿਹਾ, ਸੰਭਾਲਿਆ ਗਿਆ ਹੈ। ਇਹ ਪੰਕਤੀ ਲਗਭਗ ਯਾਦ ਹੈ ਸਾਨੂੰ ਸਾਰਿਆਂ ਨੂੰ ਵੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੀ ਕੀਤੀ ਜਾ ਰਹੀ ਹੈ। ਪਰ ਸਾਡੀ ਖੋਜ ਇੰਨੀ ਹੈ ਕਿ ਬਸ ਮੈਂ ਆ ਕੇ ਸਾਹਮਣੇ ਖਲੋ ਜਾਵਾਂ ਅਤੇ ਬਸ ਅੰਮ੍ਰਿਤ ਡਿੱਗ ਪਵੇ ਮੇਰੇ ਉੱਤੇ ਅਤੇ ਗੱਲ ਖਤਮ ਹੋ ਗਈ, ਨਾ ਮੈਨੂੰ ਖੋਜਣਾ ਪਵੇ, ਮੈਂ ਸੁਰਖਰੂ ਵੀ ਹੋ ਜਾਵਾਂ ਵੇਖ ਲੈ ਮੈਂ ਤੇਰੇ ਕੋਲ ਆਇਆ ਸੀ, ਅਤੇ ਬਸ ਇੰਨੀ ਕੁ ਖੋਜ ਹੈ। ਹਾਲਾਂਕਿ ਜਪਜੀ ਸਾਹਿਬ ਨੂੰ ਸਮਝਦਿਆਂ ਹੀ ਜ਼ਿੰਦਗੀ ਲੱਗ ਜਾਂਦੀ ਹੈ। ਇਹ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਹਾਂ, ਆਪਣੀ ਗੱਲ ਵੀ ਇਹਦੇ ਵਿੱਚ ਮੈਂ ਕਰ ਦੇਵਾਂ। ਉਹ ਫਕੀਰ ਨੇ ਲਗਾਤਾਰ ਸੋਚਣਾ ਸ਼ੁਰੂ ਕਰ ਦਿੱਤਾ ਵੀ ਹਾਂ ਮੈਂ ਕਿੱਦਾਂ ਉਹਨੂੰ ਲੱਭਾਂ। ਕਹਿੰਦੇ ਉਹਨੇ ਗਲ ਦੇ ਵਿੱਚ ਨਾ ਇੱਕ ਪੱਥਰਾਂ ਦੀ ਮਾਲਾ ਬਣਾ ਲਈ ਅਤੇ ਫਿਰ ਉਹ ਲੱਗ ਪਿਆ ਲਗਾਤਾਰ ਫਿਰਨ। ਜਿੱਥੇ ਪੱਥਰ ਲੱਭੇ, ਜਿੱਥੇ ਉਹਨੂੰ ਲੱਗੇ ਵੀ ਆਹ ਪਾਰਸ ਹੋ ਸਕਦਾ ਹੈ, ਉਹਨੇ ਆਪਣੀ ਉਸ ਗਲ ਦੇ ਵਿੱਚ ਪਈ ਮਾਲਾ ਦੇ ਨਾਲ ਛੁਹਾ ਕੇ ਵੇਖਣਾ, ਉੱਥੇ ਕੋਈ ਫਰਕ ਹੀ ਨਾ ਪੈਣਾ। 6 ਮਹੀਨੇ ਨਿਕਲੇ, ਸਾਲ ਨਿਕਲਿਆ, 2 ਸਾਲ ਨਿਕਲੇ। ਹੁਣ ਜਿਹਨੇ 2 ਸਾਲ ਮਿਹਨਤ ਕੀਤੀ ਹੋਵੇ ਅਤੇ ਕੁਝ ਬਣਿਆ ਨਾ ਹੋਵੇ, ਉਹ ਥੱਕ ਜਾਂਦਾ। ਫਿਰ ਉਹਨੇ ਕੀ ਕਰਨਾ, ਉਹਨੇ ਫਿਰ ਬਹੁਤੀ ਵਾਰ ਕਹਿੰਦੇ ਧਿਆਨ ਵੀ ਨਹੀਂ ਦੇਣਾ। ਉਹਨੇ ਪੱਥਰ ਚੁੱਕਣਾ, ਮਾਲਾ ਦੇ ਨਾਲ ਲਾਉਣਾ ਅਤੇ ਚੁੱਕ ਕੇ ਤੇ ਪੱਥਰ ਦੂਰ ਸੁੱਟ ਦੇਣਾ ਕਿਤੇ। ਇੱਦਾਂ ਕਰਦਿਆਂ ਮੈਨੂੰ ਕਈ ਮਹੀਨੇ ਲੰਘ ਗਏ ਅਤੇ ਕਹਿੰਦੇ ਇੱਕ ਦਿਨ ਰਾਤ ਸੌਣ ਤੋਂ ਪਹਿਲਾਂ ਉਹ ਗਲ ਦੇ ਵਿੱਚ ਮਾਲਾ ਲਾ ਕੇ ਅਤੇ ਆਪਣੀ ਜਦੋਂ ਕਿੱਲੀ 'ਤੇ ਟੰਗਣ ਲੱਗਾ ਨਾ, ਉਹਨੇ ਵੇਖਿਆ ਵੀ ਇਹ ਤਾਂ ਸੋਨੇ ਦੀ ਹੋਈ ਪਈ ਹੈ। ਹੁਣ ਉਹਨੂੰ ਇਹ ਤਾਂ ਯਕੀਨ ਹੋ ਗਿਆ ਵੀ ਵਾਕਈ ਪਾਰਸ ਕੋਈ ਇੱਦਾਂ ਦਾ ਹੈ ਜਿਹੜਾ ਚੀਜ਼ ਨੂੰ ਸੋਨੇ 'ਚ ਬਦਲ ਦਿੰਦਾ ਹੈ। ਪਰ ਉਹਦਾ ਵਿਚਾਰੇ ਦਾ ਸਵਾਲ ਫਿਰ ਉੱਥੇ ਦਾ ਉੱਥੇ ਹੀ ਖੜ੍ਹਾ ਸੀ, ਕਿਉਂਕਿ ਜਿਹੜੇ ਪੱਥਰ ਦੇ ਨਾਲ ਉਹਨੇ ਛੋਹਿਆ ਸੀ ਉਹ ਪੱਥਰ ਉਹਨੇ ਸੁੱਟ ਦਿੱਤਾ ਸੀ ਇੱਥੋਂ, ਕਿਉਂਕਿ ਉਹਨੂੰ ਲੱਗਦਾ ਹੀ ਨਹੀਂ ਸੀ ਵੀ ਇਹਦੇ ਵਿੱਚ ਵੀ ਹੋ ਸਕਦਾ ਕਿ ਇਹਦੇ 'ਚ ਨਹੀਂ ਹੋ ਸਕਦਾ। ਉਹ ਥੱਕ ਹੀ ਇੰਨਾ ਗਿਆ ਸੀ। ਹੁਣ ਖੋਜ ਫੇਰ ਸਾਰੀ, ਉਹਨੂੰ ਪਤਾ ਤਾਂ ਹੈ ਵੀ ਇਹਦੇ ਵਿੱਚੋਂ ਮੇਰੇ ਵਾਕਿਆ ਹੀ ਦੁਨੀਆ ਦੇ ਉੱਤੇ ਪਾਰਸ ਹੈ ਜਿਹਦੇ ਨਾਲ ਸੋਨਾ ਬਣ ਜਾਂਦਾ ਹੈ, ਪਰ ਉਹਨੂੰ ਲੱਭਿਆ ਫੇਰ ਨਹੀਂ। ਲੱਭ ਕੇ ਵੀ ਉਹਨੇ ਗਵਾ ਲਿਆ। ਮੈਨੂੰ ਪਤਾ ਤਾਂ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਮ੍ਰਿਤ ਹੈ, ਪਰ ਹਾਲਤ ਉਸ ਫਕੀਰ ਵਾਲੀ ਹੈ ਵੀ ਮੈਨੂੰ ਲੱਭ ਤੇ ਗਿਆ ਹੈ, ਲੱਭ ਕੇ ਵੀ ਗਵਾਚਾ ਹੋਇਆ ਹੈ। ਬਸ ਇੱਦਾਂ ਦੀ ਹਾਲਤ ਹੈ ਸਾਡੀ। ਹਜ਼ੂਰ ਕੀ ਕਹਿ ਰਹੇ ਨੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਹੁਣ ਇਹਦਾ ਭਾਵ ਕੀ ਹੈ, ਇੱਕ ਹੋਰ ਸਾਖੀ ਅਸੀਂ ਸਮਝ ਲਈਏ। ਵੇਖੋ ਕੁਝ ਗੱਲਾਂ ਤਾਂ ਇੱਦਾਂ ਦੀਆਂ ਨੇ ਗੁਰਬਾਣੀ ਦੇ ਵਿੱਚ, ਜੇ ਅਕਲ ਤੋਂ ਸਮਝਾਂਗੇ ਤਾਂ ਅਕਲ ਤੋਂ ਉਹ ਕਦੀ ਵੀ ਨਹੀਂ ਸਮਝ ਆਉਂਦੀ। ਜੇ ਅਨੁਭਵ ਤੋਂ ਸਮਝਾਂਗੇ ਤਾਂ ਅਨੁਭਵ ਤੋਂ ਉਹ ਸਮਝ ਆ ਸਕਦੀਆਂ ਨੇ। ਇੱਕ ਪੰਕਤੀ ਹੈ ਸਿੱਧ ਗੋਸ਼ਟ ਦੇ ਵਿੱਚ, ਸਤਿਗੁਰੂ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ। ਬੜੀ ਗਹਿਰੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਹੁਣ ਕੀ ਹੈ, ਸਾਨੂੰ ਵੀ ਪਤਾ ਵੀ ਸਾਡੇ ਸਾਰੇ ਸਰੀਰ 'ਤੇ ਕੀ ਨੇ, ਰੋਮ ਨੇ, ਕੇਸ ਨੇ, ਵਾਲ ਕਿਹਾ ਜਾਂਦਾ ਜਿਨ੍ਹਾਂ ਨੂੰ। ਹੁਣ ਦਾਤਾਰ ਕਹਿੰਦੇ ਵੀ ਜਿਸ ਬੰਦੇ ਦੇ ਅੰਦਰ ਅੰਮ੍ਰਿਤ ਪ੍ਰਗਟ ਹੋ ਗਿਆ ਹੈ ਨਾ, ਅਤੇ ਜਿੱਦਾਂ ਅਸੀਂ ਆਮ ਕਰਕੇ ਗਰਮੀ ਦੇ ਵਿੱਚ ਵਿਚਰਦੇ ਹਾਂ ਨਾ, ਅਤੇ ਤੁਸੀਂ ਵੇਖੋਗੇ ਇਹਨਾਂ ਸਾਡੀਆਂ ਬਾਹਾਂ 'ਤੇ ਵਾਲ, ਇੱਥੋਂ ਵੀ ਪਸੀਨਾ, ਸਿਰ ਦੇ ਵਿੱਚੋਂ ਵੀ ਪਸੀਨਾ, ਮੱਥੇ ਤੋਂ ਵੀ ਪਸੀਨਾ। ਕੀ ਹੋ ਰਿਹਾ, ਹਰ ਰੋਮ ਰੋਮ ਦੇ ਵਿੱਚੋਂ ਸਾਡਾ ਅੰਦਰ ਤੋਂ ਉਹ ਜਿਹੜਾ ਹੈ ਉਹ ਪਸੀਨਾ ਨਿਕਲਦਾ ਪਿਆ ਹੈ। ਹੁਣ ਜਦੋਂ ਗੁਰੂ ਸਾਹਿਬ ਇਸ ਗੱਲ ਨੂੰ ਕਹਿੰਦੇ ਨਾ ਵੀ ਰੋਮ ਰੋਮ ਹਰ ਧਿਆਵੈ, ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਕੋਈ ਲੀਕੇਜ ਹੋ ਰਹੀ ਹੈ ਸਰੀਰ ਦੇ ਵਿੱਚੋਂ ਅੰਮ੍ਰਿਤ ਦੀ, ਇੱਦਾਂ ਦਾ ਕੋਈ ਭਾਵ ਨਹੀਂ ਹੈ। ਉਹ ਸਿਰਫ ਇੱਕ ਸਮਝਾਉਣ ਦਾ ਤਰੀਕਾ ਹੈ
ਵੀ ਉਹ ਅੰਦਰ ਤੋਂ ਇੰਨਾ ਜ਼ਿਆਦਾ ਭਰਿਆ ਹੋਇਆ ਹੈ, ਉਹਦਾ ਹਰ ਇੱਕ ਰੋਮ ਜਿਹੜਾ ਹੈ ਨਾ ਉਹ ਵਾਹਿਗੁਰੂ ਦੇ ਸ਼ੁਕਰ ਦੇ ਵਿੱਚ ਹੈ। ਤੁਸੀਂ ਸ਼ਾਇਦ ਕਦੀ ਇਸ ਗੱਲ ਨੂੰ, ਅਕਸਰ ਸਾਡੇ ਨਾਲ ਵਾਪਰਦਾ ਹੋਵੇਗਾ ਜ਼ਿੰਦਗੀ ਦੇ ਵਿੱਚ, ਇੱਕਦਮ ਸਰਦੀ ਲੱਗੀ ਸਾਨੂੰ, ਜਾਂ ਇੱਕਦਮ ਸਾਡੇ ਨਾਲ ਕਿਤੇ ਵਾਪਰਿਆ, ਸਾਡੇ ਸਰੀਰ ਦੇ ਜਿਹੜੇ ਬਾਹਾਂ ਦੇ ਵਾਲ ਸੀ ਉਹ ਇੱਕਦਮ ਖੜ੍ਹੇ ਹੋ ਗਏ। ਕਈ ਵਾਰ ਹੋਇਆ ਹੋਵੇਗਾ ਸਾਡੇ ਨਾਲ, ਇੱਕਦਮ ਕਿਤੇ ਸਰੀਰ ਦਾ ਟੈਂਪਰੇਚਰ ਹਿੱਲ ਗਿਆ, ਜਾਂ ਕਿਤੇ ਕੋਈ ਖੁਸ਼ੀ ਦੀ ਗੱਲ ਸੁਣੀ, ਜਾਂ ਕਿਤੇ ਕੋਈ ਡਰ ਵਾਲੀ ਗੱਲ ਸੁਣੀ, ਅਤੇ ਇੱਕਦਮ ਕੀ ਹੋਇਆ, ਇਹ ਵਾਲ ਖੜ੍ਹੇ ਹੋ ਗਏ। ਚਮੜੀ ਨੂੰ ਕਿਹਨੇ ਦੱਸਿਆ ਸੀ ਵੀ ਭਾਈ ਇੱਦਾਂ ਕਰਨਾ ਹੈ? ਉਹ ਤਾਂ ਆਪਣੇ ਆਪ ਹੀ ਸਾਰਾ ਕੁਝ ਹੋ ਰਿਹਾ। ਇਹ ਨੈਚੁਰਲ ਹੋਣ ਵਾਲੀ ਗੱਲ ਹੈ ਸਾਡੇ ਸਾਰਿਆਂ ਦੇ ਨਾਲ। ਹੁਣ ਗੁਰੂ ਸਾਹਿਬ ਜਦੋਂ ਇਹ ਕਹਿੰਦੇ ਨੇ ਨਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਇਹਦਾ ਮਤਲਬ ਹੈ ਵੀ ਉਹਦਾ ਸਾਰਾ ਸਰੀਰ ਹੀ ਇਸ ਪਾਸੇ ਲੱਗਾ ਹੋਇਆ ਹੈ, ਸਾਰਾ ਸਰੀਰ ਹੀ ਇਸ ਪਾਸੇ ਲੱਗਾ ਹੋਇਆ। ਪਰ ਹੈ ਤੇ ਖੋਜ ਦਾ ਵਿਸ਼ਾ ਹੈ। ਜਿਹਨੇ ਸਰੀਰ ਆਪਣਾ ਇਸ ਪਾਸੇ ਲਾਇਆ ਹੈ, ਉਹਨੇ ਮਿਹਨਤ ਕਿੰਨੀ ਕੀਤੀ ਹੋਵੇਗੀ ਇਸ ਪਾਸੇ ਤੋਂ। ਔਰ ਇਹ ਮਿਹਨਤ ਸਿਰਫ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹੋ, ਬਾਣੀ ਨੂੰ ਸੁਣੋ, ਬਾਣੀ ਨੂੰ ਸਮਝੋ। ਇੱਕ ਅਸੀਂ ਗੱਲ ਜਿਹੜੀ ਮੈਂ ਆਪ ਜੀ ਦੇ ਅੱਗੇ ਰੱਖਣੀ ਸੀ ਵੀ ਅਨੁਭਵ ਦੇ ਤੌਰ ਦੇ ਉੱਤੇ ਇਹਨੂੰ ਸੋਚ ਕੇ ਵੇਖਿਓ। ਜਿਹੜਾ ਬੰਦਾ ਜਿਹਨੂੰ ਅੰਦਰ ਬੁਖਾਰ ਹੋਇਆ ਹੋਵੇ, ਫਿਰ ਹੌਲੀ ਹੌਲੀ ਉਹਦੇ ਸਰੀਰ ਦੇ ਬਾਹਰ ਬੁਖਾਰ ਆ ਜਾਵੇ, ਕਿੰਨਾ ਤਪਦਾ ਪਿਆ ਹੁੰਦਾ ਉਹਦਾ ਸਰੀਰ। ਉਹਨੂੰ ਕੋਈ ਹੱਥ ਵੀ ਲਾ ਦੇਵੇ ਨਾ ਤਾਂ ਕਹਿੰਦਾ ਵੀ ਤੇਰਾ ਸਰੀਰ ਬੜਾ ਗਰਮ ਹੈ। ਇਹਦਾ ਮਤਲਬ ਹੈ ਵੇਖ ਕੇ ਤਾਂ ਲੱਗਦਾ ਨਹੀਂ ਵੀ ਇਹਦੇ ਕੋਲ ਬੁਖਾਰ ਹੈ, ਪਰ ਉਹਨੂੰ ਛੂਹਦਿਆਂ ਪਤਾ ਲੱਗ ਗਿਆ ਵੀ ਹਾਂ ਇਹਦੇ ਵਿੱਚ ਕੁਝ ਨਾ ਕੁਝ ਤਾਂ ਵੱਖਰਾ ਚੱਲਦਾ ਪਿਆ ਹੈ ਮੇਰੇ ਨਾਲ। ਔਰ ਕੋਈ ਉਹਨੂੰ ਗਲਤ ਪਾਸੇ ਤੋਂ ਸੋਚ ਸਕਦਾ ਹੈ। ਮਾਲਕ ਕਿਰਪਾ ਕਰੇ, ਮੈਂ ਤਜਰਬਾ ਨਹੀਂ ਕਹਿੰਦਾ, ਪਰ ਮੈਂ ਮਹਿਸੂਸ ਕੀਤਾ ਹੈ ਇਸ ਚੀਜ਼ ਨੂੰ। ਮੈਂ ਤਾਂ ਕਹਿੰਦਾ ਮਾਲਕ ਤੰਦਰੁਸਤੀ ਦੇਵੇ, ਇਸ ਥਾਂ ਦੇ ਉੱਤੇ ਪਹੁੰਚ ਜਾਈਏ। ਤੁਸੀਂ ਪਹੁੰਚੋਗੇ, ਅਸੀਂ ਪਹੁੰਚ ਜਾਈਏ ਇਸ ਥਾਂ ਦੇ ਉੱਤੇ। ਸਰੀਰ ਇੰਨੀ ਐਨਰਜੀ ਲੈ ਕੇ ਚੱਲੇਗਾ, ਤੁਹਾਡੇ ਨਾਲ ਛੋਹ ਜਾਣ ਵਾਲਾ ਵੀ ਮਹਿਸੂਸ ਕਰੇਗਾ ਕਿ ਹਾਂ ਮੈਂ ਵਾਕਿਆ ਹੀ ਕਿਸੇ ਦੇ ਨਾਲ ਛੋਹ ਕੇ ਹਟਿਆ। ਕੋਈ ਨਕਲੀ ਅਹਿਸਾਸ ਕਰਵਾ ਦੇਵੇ ਵੀ ਹਾਂ ਜੀ ਉੱਥੇ ਹੱਥ ਲਾਇਆ ਇੱਦਾਂ ਹੋ ਜਾਂਦਾ, ਤੁਹਾਨੂੰ ਕਦੀ ਮਹਿਸੂਸ ਹੀ ਨਹੀਂ ਹੋਵੇਗਾ। ਕਰੰਟ ਦੇ ਵੱਲ ਵੇਖਦੇ ਪਏ ਆ, ਕੀ ਹੋਵੇਗਾ ਸਾਨੂੰ ਤਾਂ ਦਿਸਦਾ ਵੀ ਨਹੀਂ ਪਿਆ ਵੀ ਕਰੰਟ ਕਿੱਦਾਂ ਦਾ ਹੈ। ਤਾਰ ਨੂੰ ਹੱਥ ਲਾਇਆ ਪਤਾ ਲੱਗ ਜਾਂਦਾ ਵੀ ਕਰੰਟ ਕੀ ਚੀਜ਼ ਹੈ। ਬੜਿਆਂ ਨੇ ਵੇਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ। ਕਈਆਂ ਦੇ ਨਾਲ ਤਾਂ ਇੱਦਾਂ ਵਾਪਰਦਾ ਰਿਹਾ ਵੀ ਬਸ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੱਥ ਲਾਇਆ, ਉਹਨੂੰ ਕਰਾਮਾਤ ਵਾਲੇ ਪਾਸੇ ਕੋਈ ਲੈ ਜਾਵੇ ਉਹਦੀ ਮਰਜ਼ੀ ਹੈ। ਪਰ ਇੱਕ ਨਾ ਬਚਪਨ ਦੀ ਗੱਲ ਹੈ, ਅੱਗੇ ਚਲੋ ਅਸੀਂ ਮੀਆਂ ਮਿੱਠੇ ਦੀ ਗੱਲ ਬਾਅਦ 'ਚ ਪੜ੍ਹ ਲਵਾਂਗੇ। ਕਿੰਨੀ ਐਨਰਜੀ ਬਾਣੀ ਜਿਹੜੀ ਹੈ ਉਹ ਨਾਮ ਆਪਣੇ ਅੰਦਰ ਲੈ ਕੇ ਚੱਲਦਾ ਪਿਆ ਹੈ, ਗੁਰੂ ਲੈ ਕੇ ਚੱਲਦਾ ਪਿਆ ਹੈ। ਬਚਪਨ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖੇਡਦੇ ਪਏ ਨੇ, ਮਾਫ਼ ਕਰਨਾ, ਉਹ ਆਪਣੇ ਘਰ ਦੇ ਅੰਦਰ ਲੰਮੇ ਪਏ ਨੇ, ਸੁੱਤੇ ਪਏ ਸੀ। ਅਤੇ ਹੁਣ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਦੇ ਘਰ ਦੀ ਜਿਹੜੀ ਨੌਕਰਾਣੀ ਹੈ ਤੁਲਸਾ ਦਾਸੀ, ਉਹਨੂੰ ਕਹਿ ਦਿੱਤਾ ਵੀ ਜਾ ਉਹਨੂੰ ਉਠਾ ਜਾ ਕੇ। ਹੁਣ ਉਹ ਜੋ ਲਿਖਿਆ ਹੈ ਉਹ 'ਤੇ ਇੱਦਾਂ ਲਿਖਿਆ ਹੈ ਵੀ ਮੈਂ ਨੌਕਰਾਣੀ ਹੈ ਅਤੇ ਮਾਲਕ ਦੇ ਬੱਚੇ ਨੂੰ ਸਿਰ ਵਾਲੇ ਪਾਸੇ ਤੋਂ ਜਾ ਕੇ ਉਹਦੇ ਮੱਥੇ ਨੂੰ ਹੱਥ ਲਾਵਾਂਗੀ ਅਤੇ ਚੰਗੀ ਗੱਲ ਨਹੀਂ ਹੈ। ਉਹਨੇ ਕੀ ਕੀਤਾ, ਉਹਨੇ ਸੋਚਿਆ ਵੀ ਮੈਂ ਪੈਰ ਤੋਂ ਹਿਲਾਵਾਂ, ਇਹਨੂੰ ਪੈਰ ਤੋਂ ਫੜ ਕੇ ਅਤੇ ਉਠਾ ਦੇਵਾਂ। ਉਹ ਕਹਿੰਦੇ ਉਹ ਪੈਰ ਤੋਂ ਫੜ ਕੇ ਅਜੇ ਉਠਾਉਣ ਹੀ ਲੱਗੀ ਸੀ ਤਾਂ ਉਹਨੂੰ ਕੁਝ ਮਹਿਸੂਸ ਹੋਇਆ ਵੀ ਵਾਕਿਆ ਇਹ ਆਮ ਸਰੀਰ ਵਾਲੀ ਗੱਲ ਨਹੀਂ ਹੈ। ਕਿੰਨੇ ਕੁ ਚਿਰ ਦੀ ਗੱਲ ਹੋਵੇਗੀ। ਆਪਾਂ ਵੀ ਕਿਸੇ ਨੂੰ ਉਠਾਉਂਦੇ ਹੀ ਆਪਣੇ ਬੱਚਿਆਂ ਨੂੰ, 2 ਸੈਕਿੰਡ ਦੀ ਗੱਲ ਹੁੰਦੀ ਹੈ। ਹੁਣ ਤਾਂ ਚਲੋ ਆਵਾਜ਼ਾਂ ਮਾਰ ਕੇ ਉਠਾ ਲਈਦਾ, 2 ਸੈਕਿੰਡ ਦੀ ਗੱਲ ਹੁੰਦੀ ਹੈ। ਕਿਸੇ ਨੂੰ ਉਠਾਉਣਾ ਹੋਵੇ, ਪੈਰ ਹੱਥ ਲਾਤਾ ਉਹਦੇ ਪੈਰ ਨੂੰ ਜਾਂ ਸਰੀਰ ਨੂੰ, 2 ਸੈਕਿੰਡ ਦੇ ਵਿੱਚ ਹੱਥ ਪਰੇ ਰੱਖ ਲਿਆ। ਉਹ 2 ਸੈਕਿੰਡ ਦੇ ਵਿੱਚ ਉਹਨੂੰ ਇਹ ਮਹਿਸੂਸ ਹੋਇਆ। ਕੀ ਮਹਿਸੂਸ ਹੋਇਆ ਇਹ ਤੁਸੀਂ ਵੇਖਣਾ ਹੈ ਜਦੋਂ ਤੱਕ ਤੁਹਾਡੀ ਜ਼ਿੰਦਗੀ 'ਚ ਨਹੀਂ ਆਉਂਦਾ। ਇਹਨੂੰ ਮੈਂ ਕਥਾ ਕਰਕੇ ਕੀ ਕਹਿ ਦੇਵਾਂਗਾ ਜੀ ਇੱਦਾਂ ਮਹਿਸੂਸ ਹੋਇਆ, ਉੱਦਾਂ ਮਹਿਸੂਸ ਹੋਇਆ। ਸਮਝ ਲਓ ਵੀ ਤਾਰ ਨੂੰ ਹੱਥ ਲਾਇਆ ਸੀ ਅਤੇ ਕਰੰਟ ਮਹਿਸੂਸ ਹੋਇਆ। ਇਹਦੀ ਕਥਾ ਕੀ ਹੋ ਸਕਦੀ ਹੈ? ਇਹ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ, ਇਹ ਤਾਂ ਅਨੁਭਵ ਕੀਤਾ ਜਾ ਸਕਦਾ। ਔਰ ਉਹ ਬਾਹਰ ਆ ਕੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਮਾਤਾ ਤ੍ਰਿਪਤਾ ਨੂੰ ਆ ਕੇ ਕਹਿੰਦੇ ਨੇ ਕਿ ਤੇਰਾ ਪੁੱਤ ਜਿਹੜਾ ਨਾਨਕ ਹੈ ਨਾ, ਉਹ ਨਾਨਕ ਨਹੀਂ। ਉਹਨੇ ਕੁਝ ਹੋਰ ਅਰਥ ਸਮਝ ਲਿਆ ਮਾਤਾ ਤ੍ਰਿਪਤਾ ਨੇ। ਨਾਨਕ ਨਹੀਂ ਦਾ ਮਤਲਬ ਵੀ ਸ਼ਾਇਦ ਹੈ ਹੀ ਨਹੀਂ। ਉਹ ਕਹਿੰਦੀ ਹੈ ਨਹੀਂ, ਅਸਲ ਦੇ ਵਿੱਚ ਜੋ ਤੂੰ ਉਹਨੂੰ ਸਮਝਦੀ ਪਈ ਆ ਨਾ ਵੀ ਕਿਤੇ ਆਮ ਬੱਚਿਆਂ ਵਰਗਾ ਬੱਚਾ ਹੈ, ਉਹ ਉੱਦਾਂ ਦਾ ਆਮ ਨਹੀਂ ਹੈ। ਉਹਦੇ ਵਾਕਿਆ ਸਰੀਰ ਦੇ ਵਿੱਚ ਐਨਰਜੀ ਹੈ, ਉਹਦੇ ਸਰੀਰ ਦੇ ਵਿੱਚ ਤਾਕਤ ਹੈ। ਅਤੇ ਗੁਰੂ ਨਾਨਕ ਸਾਹਿਬ ਦੇ ਬਾਰੇ ਅੱਗੇ ਜਨਮ ਸਾਖੀਆਂ 'ਚ ਗੱਲ ਆਉਂਦੀ ਹੈ, ਕਹਿੰਦੇ ਮੀਆਂ ਮਿੱਠਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਿਆ। ਕੁਝ ਲੈਵਲ ਵੀ ਹੋਣੇ ਚਾਹੀਦੇ ਨੇ ਵੈਸੇ ਜ਼ਿੰਦਗੀ ਦੇ ਵਿੱਚ। ਮੀਆਂ ਮਿੱਠਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਅਤੇ ਜਦੋਂ ਅਜੇ ਗੁਰੂ ਨਾਨਕ ਸਾਹਿਬ ਤੋਂ ਦੂਰ ਸੀ ਨਾ, ਇਹਦੀ ਸੋਚ ਪਤਾ ਕੀ ਸੀ? ਕਹਿੰਦਾ ਗੁਰੂ ਨਾਨਕ ਸਾਹਮਣੇ 'ਤੇ ਆਵੇ, ਕਹਿੰਦਾ ਨਿੰਬੂ ਵਾਂਗ ਨਿਚੋੜ ਕੇ ਰੱਖ ਦੇਵਾਂਗਾ। ਇਹ ਬੋਲ ਨੇ ਜਨਮ ਸਾਖੀਆਂ ਦੇ। ਮਤਲਬ
ਇੰਨਾ ਮਨ ਦੇ ਵਿੱਚ ਖਿਆਲ ਹੈ ਵੀ ਬਾਬਾ ਸਾਹਮਣੇ ਤੇ ਆਵੇ ਮੈਂ ਤਾਂ ਹਰਾ ਦੇਣਾ ਹੈ ਉਹਨੂੰ। ਇੰਨਾ ਕੁ ਤੇ ਆਪਣੇ ਤਪਾਂ ਦੇ ਉੱਤੇ ਭਰੋਸਾ ਸੀ, ਇੰਨਾ ਕੁ ਆਪਣੀ ਬੰਦਗੀ 'ਤੇ ਭਰੋਸਾ ਸੀ ਕਿ ਵੀ ਮੇਰੇ ਸਾਹਮਣੇ ਤੇ ਆਵੇ ਨਿੰਬੂ ਵਾਂਗ ਨਿਚੋੜ ਕੇ ਰੱਖ ਦੇਵਾਂਗੇ। ਅਤੇ ਬਾਬਾ ਸਾਹਮਣੇ ਹੋਇਆ ਅਤੇ ਗੱਲਾਂ ਬਾਤਾਂ ਚੱਲਣ ਲੱਗ ਪਈਆਂ ਅਤੇ ਗੁਰੂ ਸਾਹਿਬ ਦੇ ਨਾਲ ਕਾਫੀ ਲੰਮੀ ਉਹਦੀ ਵਾਰਤਾਲਾਪ ਹੋਈ। ਅਤੇ ਅੰਤ ਦੇ ਵਿੱਚ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਭਾਈ ਕੁਝ ਜ਼ਿੰਦਗੀ ਦੇ ਵਿੱਚ ਅਨੁਭਵ ਹੋਇਆ, ਕੁਝ ਜ਼ਿੰਦਗੀ 'ਚ ਮਹਿਸੂਸ ਹੋਇਆ। ਪੜ੍ਹਨਾ ਹੋਰ ਗੱਲ ਹੈ, ਅਨੁਭਵ ਕਰਨਾ ਕੁਝ ਹੋਰ ਗੱਲ ਹੈ। ਜੇ ਬਾਣੀ ਪੜ੍ਹਦਿਆਂ ਕਦੀ ਰੋਣ ਨਹੀਂ ਆਇਆ, ਕਦੀ ਹਾਸਾ ਨਹੀਂ ਆਇਆ, ਕਾਹਦੀ ਬਾਣੀ ਪੜ੍ਹੀ ਹੈ? ਜੇ ਬਾਣੀ ਪੜ੍ਹਦਿਆਂ ਕਦੀ ਇੰਝ ਲੱਗਾ ਹੀ ਨਹੀਂ, ਕੀਰਤਨ ਸੁਣਦਿਆਂ ਕਦੀ ਲੱਗਾ ਹੀ ਨਹੀਂ ਵੀ ਹਾਂ ਵਾਕਿਆ ਇਹ ਗੱਲ ਦਿਲ ਦੇ ਉੱਤੇ ਲੱਗ ਗਈ ਹੈ, ਇਹ ਗੱਲ ਲੱਗੀ ਨਹੀਂ, ਕਦੀ ਮਹਿਸੂਸ ਹੀ ਨਹੀਂ ਹੋਈ, ਅਤੇ ਅਸੀਂ ਕਿੱਥੇ ਬਾਣੀ ਪੜ੍ਹੀ ਹੈ? ਗੁਰੂ ਸਾਹਿਬ ਜੀ ਕਹਿੰਦੇ ਨੇ ਰੰਗ ਹੱਸੈਂ ਰੰਗ ਰੋਵੇਂ ਚੁੱਪ ਭੀ ਕਰ ਜਾਹੈਂ। ਇਹ ਸਾਰਾ ਕੁਝ ਗੁਰਬਾਣੀ ਪੜ੍ਹਦਿਆਂ ਹੁੰਦਾ ਹੈ। ਪਰ ਜੇ ਅਨੁਭਵ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ। ਫਿਰ ਪੜ੍ਹੀ ਜਾ ਰਹੇ ਨੇ। ਜੇ ਇੱਦਾਂ ਹੀ ਗੱਲ ਹੁੰਦੀ ਤਾਂ ਪਾਠੀ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ, ਨਹੀਂ ਹੋ ਸਕੇ। ਕਈ ਬੜੇ ਪਿਆਰ ਦੇ ਨਾਲ ਪੜ੍ਹਦੇ ਨੇ। ਮੈਂ ਪਾਠੀਆਂ ਦੇ ਕੋਲ ਸਿੱਖਿਆ ਹੈ ਬਹੁਤ ਕੁਝ, ਪਰ ਕਈ ਜਦੋਂ ਅਨੁਭਵ ਹੀ ਕੁਝ ਨਹੀਂ ਅਤੇ ਕੁਝ ਵੀ ਨਹੀਂ, ਉਹਨਾਂ ਦੇ ਲਈ ਤਾਂ ਸਿਰਫ ਅੱਖਰ ਪੜ੍ਹਨ ਵਾਲੀ ਗੱਲ ਹੋ ਜਾਂਦੀ ਹੈ। ਹੁਣ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਵੀ ਭਾਈ ਅਨੁਭਵ ਕੁਝ ਹੋਇਆ, ਆਹ ਅਨੁਭਵ ਹੈ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣਾ ਹੈ। ਜਦੋਂ ਤੱਕ ਨਹੀਂ ਕਰੋਗੇ ਆਹ ਕਥਾ ਕਹਾਣੀਆਂ ਸਿਰਫ ਐਵੇਂ ਗੱਲਾਂ ਬਾਤਾਂ ਰਹਿ ਜਾਂਦੀਆਂ ਨੇ। ਮੈਨੂੰ ਮਾਫ਼ ਕਰਿਓ ਭਾਵੇਂ ਮੈਂ ਹੀ ਕਰਦਾ ਪਿਆ। ਇਹ ਸਿਰਫ ਇਸ ਕਰਕੇ ਨੇ ਵੀ ਅਨੁਭਵ ਕੁਝ ਹੋ ਜਾਵੇ, ਕੁਝ ਰਿਅਲਾਈਜ਼ ਹੋ ਜਾਵੇ ਜ਼ਿੰਦਗੀ ਦੇ ਵਿੱਚ। ਉਹ ਕਰਨ ਦੀ ਕੋਸ਼ਿਸ਼ ਕਰੋ, ਉਹ ਅਰਦਾਸ ਕਰੋ ਮਾਲਕ ਦੇ ਅੱਗੇ ਕਿ ਵਾਕਈ ਸੱਚੇ ਪਾਤਸ਼ਾਹ ਤੇਰੀ ਅਨੁਭਵ ਜਿਹੜਾ ਹੈ ਉਹ ਤੇਰਾ ਅਹਿਸਾਸ ਹੋਵੇ ਸਾਨੂੰ। ਸੋ ਅੰਮ੍ਰਿਤ ਗੁਰ ਤੇ ਪਾਇਆ ਮੈਂ ਪਾ ਲਵਾਂ, ਇੰਨੀ ਕੁ ਮੇਰੇ ਉੱਤੇ ਕਿਰਪਾ ਕਰ। ਮੀਆਂ ਮਿੱਠਾ ਕਹਿੰਦਾ ਵੀ ਨਹੀਂ, ਕੋਈ ਐਡੀ ਖਾਸ ਗੱਲ ਤਾਂ ਨਹੀਂ ਬਣੀ। ਅਤੇ ਗੁਰੂ ਨਾਨਕ ਸਾਹਿਬ ਨੇ ਗੱਲਾਂ ਕੀਤੀਆਂ ਅਤੇ ਕਹਿੰਦੇ ਵੀ ਮਹਾਰਾਜ ਜੋ ਚੀਜ਼ ਤੁਹਾਡੇ ਅੰਦਰ ਚੱਲਦੀ ਪਈ ਹੈ ਇਹ ਮੇਰੇ ਅੰਦਰ ਕਿਉਂ ਨਹੀਂ ਚੱਲਦੀ ਪਈ? ਜਿੱਦਾਂ ਦੇ ਤੁਸੀਂ ਜੇ ਇੱਦਾਂ ਦਾ ਮੈਂ ਕਿਉਂ ਨਹੀਂ ਬਣ ਜਾਂਦਾ? ਜਿਹੜੀਆਂ ਗੱਲਾਂ ਤੁਹਾਨੂੰ ਸਮਝ ਆਉਂਦੀਆਂ ਨੇ ਮੈਨੂੰ ਕਿਉਂ ਨਹੀਂ ਸਮਝ ਆਉਂਦੀਆਂ? ਹੁਣ ਇਸ ਗੱਲ ਨੂੰ ਸਾਖੀਕਾਰਾਂ ਨੇ ਤੇ ਇੱਦਾਂ ਲਿਖਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮੀਆਂ ਮਿੱਠੇ ਨੂੰ ਨਾ ਬਾਂਹ ਤੋਂ ਫੜ ਕੇ ਅਤੇ ਇੱਕ ਸਾਈਡ ਦੇ ਉੱਤੇ ਲੈ ਗਏ, ਜਿੱਥੇ ਉਹਨਾਂ ਨੇ ਕੋਈ ਗੱਲਬਾਤ ਕੀਤੀ ਹੋਵੇਗੀ। ਔਰ ਕਹਿੰਦੇ ਕਿ ਘੁੱਟ ਕੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਸ ਮੀਆਂ ਮਿੱਠੇ ਨੂੰ ਗਲ ਦੇ ਵਿੱਚ ਲਿਆ, ਬਸ ਇੱਕ ਜੱਫੀ ਪਾਈ ਹੈ, ਬਸ ਗਲੇ ਮਿਲੇ ਨੇ। ਅਤੇ ਮੀਆਂ ਮਿੱਠੇ ਨੂੰ ਬਾਅਦ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੁੱਛਿਆ ਵੀ ਹੁਣ ਤੇਰੇ ਸਰੀਰ ਦੀ ਕੀ ਹਾਲ ਹੈ? ਮੈਂ ਫਿਰ ਕਹਿ ਦੇਵਾਂ, ਸਾਡੀ ਕੌਮ ਨੇ ਇੱਕੋ ਹੀ ਗੱਲ ਦੇ ਉੱਤੇ ਇੰਨੀ ਸਟਰੈਸ ਦੇ ਦਿੱਤੀ ਵੀ ਬਾਬੇ ਨੇ ਸ਼ਬਦ ਸੁਣਾਇਆ, ਬਾਬੇ ਨੇ ਸ਼ਬਦ ਸੁਣਾਇਆ। ਕੋਈ ਸ਼ੱਕ ਨਹੀਂ ਹੈ ਵੀ ਬਾਬੇ ਨੇ ਸ਼ਬਦ ਸੁਣਾਇਆ, ਪਰ ਜਿਹੜੇ ਬੰਦਿਆਂ ਨੂੰ ਬਾਬੇ ਦੇ ਸਰੀਰ ਦਾ ਅਨੁਭਵ ਹੋ ਗਿਆ ਹੈ ਉਹਨਾਂ ਬੰਦਿਆਂ ਦੇ ਨਾਲ ਦੀ ਵੀ ਰੀਸ ਕਿਤੇ ਨਹੀਂ ਹੈ। ਜਿਨ੍ਹਾਂ ਨੇ ਸਪਰਸ਼ ਕੀਤਾ ਹੈ ਬਾਬੇ ਨੂੰ, ਜਿਨ੍ਹਾਂ ਨੇ ਬਾਬੇ ਨੂੰ ਵੇਖਿਆ ਹੈ। ਵੇਖਣ ਦਾ ਕੀ ਮਤਲਬ ਹੈ? ਗੁਰੂ ਨਾਨਕ ਜੀ ਨੇ ਸੁਣਿਆ, ਵੇਖਿਆ। ਸੁਣਦੇ ਅਸੀਂ ਪਏ ਹਾਂ, ਵੇਖਿਆ ਤੇ ਉਹਨਾਂ ਨੇ ਹੈ ਨਾ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਜ਼ਿੰਦਗੀ ਕੱਢੀ ਹੈ। ਜਪਜੀ ਸਾਹਿਬ ਵੇਖਣਾ ਵੀ ਗੁਰੂ ਨਾਨਕ ਨੂੰ ਵੇਖਣਾ ਹੈ, ਪਰ ਉਹ ਕਿੱਡੇ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੇ ਵਾਕਿਆ ਗੁਰੂ ਨਾਨਕ ਸਾਹਿਬ ਦੀ ਉਸ ਹਸਤੀ ਦਾ ਐ ਸਾਖਸ਼ਾਤ ਰੂਪ ਦੇ ਵਿੱਚ ਇਹਨਾਂ ਅੱਖਾਂ ਦੇ ਨਾਲ ਦਰਸ਼ਨ ਕੀਤਾ। ਉਹਨਾਂ ਨੂੰ ਹੋਰ ਕੀ ਚੀਜ਼ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ? ਬਾਬਾ ਬੁੱਢਾ ਸਾਹਿਬ ਵਰਗੇ ਜਿਹੜੇ ਰੋਜ਼ ਗੁਰੂ ਨਾਨਕ ਨੂੰ ਵੇਖਦੇ ਹੋਣਗੇ ਅਤੇ ਕਿੱਥੋਂ ਤੱਕ ਪਹੁੰਚੇ ਹੋਣਗੇ ਉਹ ਬੰਦੇ? ਇਹ ਤਾਂ ਅਨੁਭਵ ਦੀਆਂ ਗੱਲਾਂ ਨੇ। ਹੁਣ ਕਹਿੰਦੇ ਨੇ ਵੀ ਉਹਨੂੰ ਗਲ ਦੇ ਵਿੱਚ ਲਿਆ ਅਤੇ ਅੱਗੋਂ ਮੀਆਂ ਮਿੱਠੇ ਨੂੰ ਪੁੱਛਿਆ ਵੀ ਅਹਿਸਾਸ ਹੈ ਜ਼ਿੰਦਗੀ ਦੇ ਵਿੱਚ? ਉਹ ਮੀਆਂ ਮਿੱਠਾ ਵਿਚਾਰਾ ਜੋ ਕੁਝ ਪਹਿਲਾਂ ਸੋਚਦਾ ਪਿਆ ਸੀ ਸਾਰਾ ਕੁਝ ਹੀ ਬਦਲ ਗਿਆ ਸੀ ਜ਼ਿੰਦਗੀ ਦਾ। ਉਹਨੇ ਇੱਕ ਸੈਕਿੰਡ ਦੇ ਵਿੱਚ ਹੀ ਉਹ ਕੀ ਵਾਪਰ ਗਿਆ ਜ਼ਿੰਦਗੀ ਦੇ ਵਿੱਚ, ਕੀ ਨਹੀਂ ਵਾਪਰਿਆ। ਗੁਰੂ ਸਾਹਿਬ ਕਹਿੰਦੇ ਨੇ ਵੀ ਇੰਝ ਲੱਗਦਾ ਸੀ, ਮੀਆਂ ਮਿੱਠਾ ਕਹਿ ਰਿਹਾ ਹੈ ਵੀ ਮੈਨੂੰ ਇੰਝ ਲੱਗਦਾ ਮੇਰੇ ਹਰ ਇੱਕ ਸਰੀਰ ਦਾ ਜਿਹੜਾ ਹਿੱਸਾ ਹੈ ਨਾ ਉਹਦੇ ਵਿੱਚੋਂ ਵੀ ਸਮਝ ਲਓ ਵੀ ਵਾਹਿਗੁਰੂ ਦਾ ਨਾਮ ਚੱਲਦਾ ਪਿਆ ਹੈ, ਹਰ ਇੱਕ ਸਰੀਰ ਦੇ ਹਿੱਸੇ ਦੇ ਵਿੱਚੋਂ। ਇਹ ਸਾਡੇ ਲਈ ਐਵੇਂ ਇੱਕ ਕਹਿਣ ਸੁਣਨ ਵਾਲੀ ਗੱਲ ਹੋ ਜਾਂਦੀ ਹੈ ਕਿ ਕੇਸ ਕਿੱਦਾਂ ਨਾਮ ਜਪ ਸਕਦੇ ਨੇ ਸਰੀਰ ਦੇ, ਅੱਖਾਂ ਕਿੱਦਾਂ ਨਾਮ ਜਪਦੀਆਂ ਨੇ, ਨਾਮ ਤੇ ਜ਼ੁਬਾਨ ਜਪਦੀ। ਅਤੇ ਗੁਰੂ ਸਾਹਿਬ ਨੂੰ ਪੜ੍ਹ ਕੇ ਵੇਖੋ, ਹਜ਼ੂਰ ਕਹਿੰਦੇ ਨੇ ਲਤਾ ਬਲੀ ਸ਼ਾਖ ਸਭ ਸਿਮਰੈ। ਕੋਈ ਦਰਖਤ ਦੀ ਟਾਹਣੀ ਲੈ ਲਓ, ਕੋਈ ਜ਼ਮੀਨ ਦਾ ਘਾਹ ਲੈ ਲਓ, ਕੋਈ ਸੜਕ ਦਾ ਤੁਸੀਂ ਮਿੱਟੀ ਲੈ ਲਓ, ਕਿਤੇ ਵੀ ਲੈ ਲਓ, ਕੋਈ ਵੀ ਚੀਜ਼ ਲੈ ਲਓ ਬਨਸਪਤੀ ਦੇ ਵਿੱਚ, ਅੱਗ ਲੈ ਲਓ, ਪਾਣੀ ਲੈ ਲਓ, ਸਾਰੇ ਸਿਮਰਨ ਕਰਦੇ ਪਏ ਨੇ। ਸਿਮਰੈ ਸਗਲ ਉਪਾਰਜਨਾ, ਜਿੰਨੀ ਬਨਸਪਤੀ ਸਾਰੀ ਸਿਮਰਨ ਕਰਦੀ ਪਈ ਹੈ ਅਤੇ ਸਾਰੀ ਬਨਸਪਤੀ ਸਿਮਰਨ ਕਰਦੀ ਪਈ ਹੈ ਅਤੇ ਸਾਡੇ ਕੇਸਾਂ ਦੀ ਕੀ ਗੱਲ ਹੈ? ਔਰ ਜਦੋਂ ਕੋਈ ਬੰਦੇ ਵਿਚਾਰੇ ਕਹਿ ਦਿੰਦੇ ਨੇ ਨਾ ਵੀ ਉਹਦਾ ਸਵਾਸ ਸਿਮਰਨ ਚੱਲਦਾ ਜਾਂ ਉਹਦੇ ਕੇਸਾਂ ਦਾ ਸਿਮਰਨ ਹੁੰਦਾ ਹੈ, ਇੱਦਾਂ ਤਾਂ ਚਲੋ ਅਜੇ ਕਿਹਾ ਹੀ ਨਹੀਂ ਜਾਂਦਾ, ਉਹਨੂੰ ਵਿਚਾਰੇ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਜਾਂਦਾ। ਹਾਂ, ਜੇ ਤਾਂ ਉਹ ਗੱਲ ਵਾਕਿਆ ਹੀ ਮਜ਼ਾਕ ਦੇ ਵਿੱਚ ਕਰਦਾ ਪਿਆ ਵੀ ਉਹਨੂੰ ਅਨੁਭਵ ਨਹੀਂ ਆ ਤਾਂ ਫਿਰ ਤਾਂ ਮਜ਼ਾਕ ਹੀ ਬਣੇਗਾ। ਪਰ ਜੇ ਵਾਕਿਆ ਹੀ ਉਹਨੇ ਇਸ ਗੱਲ ਨੂੰ ਰਿਅਲਾਈਜ਼ ਕੀਤਾ ਹੈ ਵੀ ਇਹ ਕੁਝ ਗੱਲ ਅੱਗੇ ਦੀ ਹੈ ਅਤੇ ਫਿਰ ਇਹ ਜ਼ਿੰਦਗੀ 'ਚ ਗੱਲ ਬਣ ਸਕਦੀ ਹੈ।
ਮੀਆਂ ਮਿੱਠਾ ਕਹਿੰਦਾ ਮੈਨੂੰ ਇੰਜ ਲੱਗਦਾ ਪਿਆ ਵੀ ਮੇਰੇ ਸਰੀਰ ਦੇ ਹਰ ਹਿੱਸੇ ਦੇ ਵਿੱਚੋਂ ਨਾਮ ਚੋ ਰਿਹਾ ਹੈ। ਇਹ ਨਾ ਅੱਖਰ ਨੇ, ਇਹਨਾਂ ਲਈ ਹੋਰ ਕੀ ਅਸੀਂ ਪੰਕਤੀਆਂ ਕਹਿ ਸਕਦੇ ਹਾਂ। ਸਮਝ ਲਓ ਵੀ ਉਹ ਕਹਿੰਦਾ ਮੈਂ ਜਿੱਥੇ ਵੀ ਵੇਖਦਾ ਪਿਆ ਹਾਂ ਮੈਨੂੰ ਇੰਜ ਲੱਗਦਾ ਮੇਰਾ ਸਰੀਰ ਮੈਨੂੰ ਆਨੰਦ ਦੇਈ ਜਾ ਰਿਹਾ, ਮੈਨੂੰ ਸਰੀਰ ਹੀ ਇੰਨਾ ਸਕੂਨ ਦੇ ਰਿਹਾ ਹੈ। ਚਲੋ ਇਹਨੂੰ ਹੋਰ ਗੱਲ ਨੂੰ ਕਲੀਅਰ ਕਰ ਲਈਏ, ਇਹ ਗੱਲ ਨੇੜੇ ਹੋ ਜਾਵੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਆਸਾ ਕੀ ਵਾਰ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ, ਸੋ ਅੰਮ੍ਰਿਤ ਗੁਰ ਤੇ ਪਾਇਆ। ਅਤੇ ਅਸੀਂ ਸਿਰਫ ਇੰਨਾ ਕੁ ਸਮਝਣ ਦੀ ਕੋਸ਼ਿਸ਼ ਕਰਦੇ ਪਏ ਹਾਂ ਵੀ ਜਿਹਨੂੰ ਦੇਵਤੇ ਖੋਜਦੇ ਪਏ ਨੇ, ਜੇ ਉਹ ਗੁਰੂ ਦੇ ਕੋਲੋਂ ਮਿਲਦਾ ਹੈ ਤਾਂ ਗੁਰੂ ਦੀ ਹਸਤੀ ਕਿਵੇਂ ਦੀ ਹੋਵੇਗੀ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਬਚਨ ਹੈ। ਸਾਡਾ ਸਮਾਂ ਨੇੜੇ ਹੋ ਗਿਆ ਹੈ, ਮੈਂ ਬੇਨਤੀ ਕਰ ਦੇਵਾਂ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਭਿੰਨੀ ਦਾ ਅਰਥ ਹੈ ਭਿੱਜੀ ਹੋਈ। ਜਿੱਦਾਂ ਤੁਸੀਂ ਆਪਣੀ ਕਿਸੇ ਸ਼ਰਟ ਨੂੰ ਪਾਣੀ ਦੀ ਬਾਲਟੀ ਦੇ ਵਿੱਚ ਪਾ ਕੇ ਤੇ ਫਿਰ ਕੱਢੋ ਤੇ ਵੇਖੋ ਸਾਰੀ ਗਿੱਲੀ ਹੋਈ ਹੈ ਨਾ, ਇੱਦਾਂ ਭਿੱਜੀ ਹੋਈ। ਕਹਿੰਦੇ ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਦੀ ਭਿੱਜੀ ਹੋਈ ਦੇਹੁਰੀ ਹੈ ਗੁਰੂ ਦੀ। ਉਹਦੇ ਸਰੀਰ ਦੇ ਵਿੱਚੋਂ ਅੰਮ੍ਰਿਤ ਚੋ ਰਿਹਾ ਹੈ। ਇੱਦਾਂ ਨਹੀਂ ਜਿੱਦਾਂ ਸਾਡਾ ਪਸੀਨਾ ਚੋ ਰਿਹਾ, ਇੱਦਾਂ ਦਾ ਖਿਆਲ ਨਹੀਂ। ਉਹ ਖਿਆਲ ਇੱਕ ਕਹਿਣ ਦੀ ਗੱਲ ਹੈ ਵੀ ਤੁਸੀਂ ਉਹਦੇ ਕਿਸੇ ਵੀ ਰੂਪ ਦੇ ਵੱਲ ਵੇਖਣ ਦੀ ਕੋਸ਼ਿਸ਼ ਕਰੋਗੇ ਨਾ, ਉੱਥੋਂ ਤੁਹਾਨੂੰ ਅੰਮ੍ਰਿਤ ਦੀ ਨਜ਼ਰ, ਉੱਥੋਂ ਤੁਹਾਨੂੰ ਅੰਮ੍ਰਿਤ ਹੀ ਨਜ਼ਰ ਆਵੇਗਾ, ਉੱਥੋਂ ਤੁਹਾਨੂੰ ਜ਼ਿੰਦਗੀ ਦੀ ਪਵਿੱਤਰਤਾ ਹੀ ਨਜ਼ਰ ਆਵੇਗੀ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਕਹਿੰਦੇ ਸਮਝ ਲਓ ਅੰਮ੍ਰਿਤ ਚੋ ਰਿਹਾ ਹੈ ਉਹਦੇ ਹਰ ਇੱਕ ਹਿੱਸੇ ਦੇ ਵਿੱਚੋਂ, ਉਹਦੇ ਬੋਲਾਂ 'ਚੋਂ ਅੰਮ੍ਰਿਤ, ਉਹਦੇ ਵੇਖਣ 'ਚੋਂ ਅੰਮ੍ਰਿਤ, ਉਹਦੇ ਸੁਣਨ 'ਚੋਂ ਅੰਮ੍ਰਿਤ। ਬਸ ਅੰਮ੍ਰਿਤ ਹੈ ਉਹਦੀ ਜ਼ਿੰਦਗੀ। ਅਗਲੀ ਗੱਲ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ। ਜੇ ਜਿਨ੍ਹਾਂ ਨੂੰ ਗੁਰਬਾਣੀ ਮਨ ਦੇ ਵਿੱਚ ਭਾ ਜਾਂਦੀ ਹੈ ਨਾ, ਇਹ ਦੋ ਫਰਕ ਨੇ, ਇਸੇ ਸ਼ਬਦ ਦੇ ਵਿੱਚ ਵੀ ਆਵੇਗਾ। ਇੱਕ ਹੁੰਦਾ ਹੈ ਗੁਰਬਾਣੀ ਪੜ੍ਹ ਲੈਣੀ, ਫਿਰ ਗੁਰਬਾਣੀ ਸਮਝ ਲੈਣੀ। ਇੱਕ ਹੁੰਦੀ ਹੈ ਗੁਰਬਾਣੀ ਚੰਗੀ ਲੱਗਣ ਲੱਗ ਪੈਣੀ। ਅਜੇ ਲਗਭਗ ਸਾਰਿਆਂ ਦਾ ਤੇ ਨਹੀਂ, ਪਰ ਬਹੁਤਿਆਂ ਦੇ ਨਾਲ ਇੱਦਾਂ ਹੁੰਦਾ ਹੈ, ਉਹ ਤਾਂ ਪੜ੍ਹਦੇ ਵੀ ਨਹੀਂ। ਲੱਖਾਂ ਨੇ ਜਿਹੜੇ ਪੜ੍ਹਦੇ ਹੀ ਨਹੀਂ, ਲੱਖਾਂ ਦੇ ਵਿੱਚੋਂ ਹਜ਼ਾਰਾਂ ਕੁ ਇੱਦਾਂ ਦੇ ਹੋ ਜਾਂਦੇ ਨੇ ਜਿਹੜੇ ਫਿਰ ਪੜ੍ਹਨ ਲੱਗ ਪੈਂਦੇ ਨੇ। ਹਜ਼ਾਰਾਂ ਦੇ ਵਿੱਚੋਂ ਸੈਂਕੜੇ ਇੱਦਾਂ ਕਦੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਤੇ ਅਰਥਾਂ ਦਾ ਵੀ ਪਤਾ ਲੱਗਣ ਲੱਗ ਪੈਂਦਾ। ਫਿਰ ਉਹਨਾਂ ਸੈਂਕੜਿਆਂ ਦੇ ਵਿੱਚੋਂ ਇੱਕ ਦੋ ਇੱਦਾਂ ਦੇ ਹੋ ਜਾਂਦੇ ਨੇ ਜਿਹੜੇ ਅਰਥਾਂ ਤੋਂ ਅੱਗੇ ਵਾਕਿਆ ਅਨੁਭਵ ਵਾਲੇ ਪਾਸੇ ਚਲੇ ਜਾਂਦੇ ਨੇ, ਜਿਹਨੂੰ ਸਤਿਗੁਰੂ ਕਹਿੰਦੇ ਗੁਰਬਾਣੀ ਮਨ ਭਾਈਆ। ਜਿਨ੍ਹਾਂ ਨੂੰ ਗੁਰਬਾਣੀ ਭਾ ਗਈ ਵੀ ਵਾਕਿਆ ਜੋ ਸਤਿਗੁਰੂ ਕਹਿ ਰਹੇ ਨੇ ਇਹ ਮੇਰੇ ਲਈ ਠੀਕ ਹੈ। ਨਹੀਂ ਤਾਂ ਕਦੀ ਮਨ ਪਤਾ ਕੀ ਕਹਿ ਦਿੰਦਾ, ਫਿਰ ਕੀ ਹੋਇਆ, ਗੁਰੂ ਸਾਹਿਬ ਨੇ ਕਿਹਾ ਤੁਸੀਂ ਗੁਰਦੁਆਰੇ ਦੀ ਗੱਲ ਗੁਰਦੁਆਰੇ ਰੱਖਿਆ ਕਰੋ, ਜਿਹੜੀਆਂ ਘਰ 'ਚ ਗੱਲਾਂ ਨੇ ਉਹ ਘਰ ਦੀਆਂ ਵੱਖਰੀਆਂ ਚੱਲਦੀਆਂ ਹੁੰਦੀਆਂ ਨੇ, ਇੱਦਾਂ ਹਿਸਾਬ ਕਿਤਾਬ ਨਹੀਂ ਚੱਲਦੇ ਹੁੰਦੇ। ਇਹਦਾ ਮਤਲਬ ਗੁਰੂ ਕਿੰਨਾ ਕੁ ਪਾਇਆ, ਅੱਧਾ ਕੁ ਚੰਗਾ ਲੱਗਾ ਵੀ ਗੁਰਦੁਆਰੇ ਤੱਕ ਤੇ ਚੰਗਾ ਲੱਗਦਾ, ਬਾਅਦ 'ਚ ਭਾਵੇਂ ਬਾਹਰ ਚੱਲ ਜਾਓ ਉੱਥੇ ਗੁਰੂ ਚੰਗਾ ਨਹੀਂ ਲੱਗਦਾ। ਇਸ ਕਰਕੇ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਕਹਿੰਦੇ ਉਹ ਇਸ ਅੰਮ੍ਰਿਤ ਨੂੰ ਛਕਦੇ ਨੇ, ਭਾਵ ਇਸ ਨਾਮ ਨੂੰ ਪੀਂਦੇ ਨੇ। ਹਰ ਜਨ ਹਰ ਹਰ ਹੋਇਆ ਨਹੀਂ। ਅਗਲੀ ਪੰਕਤੀ ਹੈ ਜਿਨ੍ਹਾਂ ਗੁਰਬਾਣੀ ਗੁਰ ਤੁੱਠੇ ਹਰ ਪਾਇਆ ਚੂਕੇ ਧੱਕ ਧੱਕੇ। ਕਹਿੰਦੇ ਗੁਰੂ ਖੁਸ਼ ਹੋ ਗਿਆ ਅਤੇ ਮਾਲਕ ਦੀ ਪ੍ਰਾਪਤੀ ਹੋ ਗਈ, ਧੱਕੇ ਵੱਜਣੇ ਬੰਦ ਹੋ ਗਏ ਜ਼ਿੰਦਗੀ ਤੋਂ। ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ। ਹਜ਼ੂਰ ਕਹਿੰਦੇ ਨੇ ਹਰੀ ਅਤੇ ਹਰੀ ਦਾ ਜਨ ਉਹ ਇੱਕੋ ਰੂਪ ਹੋ ਗਏ। ਹੁਣ ਇਹਨੂੰ ਫਿਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਅਮਰਦਾਸ ਸਾਹਿਬ ਮਹਾਰਾਜ, ਹਾਲਾਂਕਿ ਬਹੁਤਾ ਵਿਸ਼ਾ ਅਸੀਂ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ ਇਸ ਚੀਜ਼ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਗੁਰੂ ਦੇ ਕੋਲੋਂ ਅੰਮ੍ਰਿਤ ਮਿਲਦਾ ਹੈ ਤਾਂ ਗੁਰੂ ਕਿੱਡੀ ਤਾਕਤ ਵਾਲਾ ਹੋਵੇਗਾ। ਹਜ਼ੂਰ ਕੀ ਕਹਿ ਰਹੇ ਨੇ, ਜਿਹੜੀ ਗੱਲ ਨੂੰ ਦੇਵਤੇ ਲੱਭਦੇ ਪਏ ਨੇ, ਬੰਦੇ ਲੱਭਦੇ ਪਏ ਨੇ, ਮੁਨੀ ਲੋਕ ਲੱਭਦੇ ਪਏ ਨੇ, ਉਹ ਕਿੱਥੋਂ ਮਿਲਿਆ? ਉਹ ਗੁਰੂ ਦੇ ਕੋਲੋਂ ਮਿਲਿਆ। ਸੋ ਅੰਮ੍ਰਿਤ ਗੁਰ ਤੇ ਪਾਇਆ। ਪਰ ਫਿਰ ਮੈਂ ਦੁਹਰਾ ਦੇਵਾਂ, ਇਹ ਇੱਦਾਂ ਦੀ ਗੱਲ ਨਹੀਂ ਜੇ ਵੀ ਜਦੋਂ ਕੋਈ ਤੁਹਾਨੂੰ ਕੱਲ੍ਹ ਨੂੰ ਕਹਿ ਦੇਵੇ ਵੀ ਆ ਜੀ ਚੱਕੋ ਤੁਸੀਂ ਕਿਤੇ ਬਾਲਟੀ ਅਤੇ ਆ ਅੰਮ੍ਰਿਤ ਪੀਵੀ ਜਾਓ, ਇੱਦਾਂ ਦੇ ਇਹ ਪੀਣ ਵਾਲੀ ਚੀਜ਼ ਹੈ ਹੀ ਨਹੀਂ ਹੈ, ਮਾਫ਼ ਕਰਨਾ, ਇਹ ਅਨੁਭਵ ਵਾਲੀ ਹੈ। ਗੁਰਬਾਣੀ ਦੇ ਵਿੱਚ ਇਹਨੂੰ ਲਿਖਿਆ ਜ਼ਰੂਰ ਗਿਆ ਹੈ ਵੀ ਤੁਸੀਂ ਪੀ ਸਕਦੇ ਹੋ, ਪਰ ਇਹ ਪੀਤਾ ਜ਼ੁਬਾਨ ਤੋਂ ਬਿਨਾਂ ਜਾਵੇਗਾ, ਇਹਨੂੰ ਮਨ ਪੀਵੇਗਾ। ਸ਼ਬਦ ਪੜ੍ਹਦੇ ਹਾਂ ਨਾ ਅਸੀਂ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਸ ਕਰਕੇ ਮਨ ਨੇ ਪੀਣਾ ਹੈ, ਇਹਨੂੰ ਜ਼ੁਬਾਨ ਨੇ ਨਹੀਂ ਪੀਣਾ। ਇਹ ਥੋੜ੍ਹਾ ਜਿਹਾ ਫਰਕ ਹੈ। ਸਤਿਗੁਰੂ ਕਿਰਪਾ ਕਰਨ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਸੱਚਾ ਮਨ ਵਸਾਇਆ।
ਗੁਰੂ ਦੀ ਕਿਰਪਾ ਦੇ ਨਾਲ ਅੰਮ੍ਰਿਤ ਦੀ ਪ੍ਰਾਪਤੀ ਹੋਈ ਤੇ ਸੱਚਾ ਅਕਾਲ ਪੁਰਖ ਵਾਹਿਗੁਰੂ ਮਨ ਦੇ ਵਿੱਚ ਵਸ ਗਿਆ। ਜਿਨ੍ਹਾਂ ਦੇ ਮਨ ਦੇ ਵਿੱਚ ਉਹ ਵਸ ਗਿਆ ਉਹਨਾਂ ਨੇ ਸਮਝ ਲਓ ਕਿ ਅੰਮ੍ਰਿਤ ਦੀ ਪ੍ਰਾਪਤੀ ਕੀਤੀ ਹੈ। ਸਤਿਗੁਰੂ ਫਿਰ ਕਹਿ ਰਹੇ ਨੇ ਜੀ ਜੰਤ ਸਭ ਤੁਧ ਉਪਾਏ, ਆ ਜਿੰਨੇ ਜੀ ਨੇ ਇਹ ਵਾਹਿਗੁਰੂ ਤੂੰ ਹੀ ਪੈਦਾ ਕੀਤੇ ਨੇ। ਪਰ ਇੱਕ ਵੇਖ ਪਰਸਨ ਆਇਆ, ਉਹਨਾਂ ਦੇ ਵਿੱਚੋਂ ਕਈ ਨੇ ਜਿਹੜੇ ਗੁਰੂ ਦੇ ਕੋਲ ਗੁਰੂ ਦਾ ਦਰਸ਼ਨ ਪਰਸਨ ਦੇ ਲਈ ਆ ਜਾਂਦੇ ਨੇ। ਭਾਵ ਬਹੁਤ ਥੋੜ੍ਹੇ ਨੇ, ਪੈਦਾ ਬਹੁਤ ਹੋਏ ਨੇ, ਪਰ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਨੇ ਜਿਨ੍ਹਾਂ ਨੂੰ ਵਾਕਿਆ ਗੁਰੂ ਦੇ ਬਾਰੇ ਪਤਾ ਲੱਗ ਗਿਆ ਵੀ ਇਹਦੇ ਕੋਲ ਅੰਮ੍ਰਿਤ ਹੈ ਅਤੇ ਅਸੀਂ ਇਸ ਪਾਸੇ ਆਉਣਾ ਹੈ। ਇੱਕ ਵੇਖ ਪਰਸਨ ਆਇਆ, ਫਿਰ ਸਤਿਗੁਰੂ ਕਹਿੰਦੇ ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਜਦੋਂ ਸਤਿਗੁਰੂ ਭਲਾ ਪਾ ਗਿਆ, ਸਤਿਗੁਰੂ ਚੰਗਾ ਲੱਗ ਗਿਆ, ਫਿਰ ਆਪਣੇ ਅੰਦਰੋਂ ਆਪਣੇ ਆਪ ਹੀ ਲੱਭ, ਹੰਕਾਰ, ਝੂਠ, ਲੋਭ, ਲਾਲਚ ਸਤਿਗੁਰੂ ਕਹਿੰਦੇ ਚੁੱਕਿਆ ਗਿਆ, ਖਤਮ ਹੋ ਗਿਆ। ਜਦੋਂ ਗੁਰੂ ਚੰਗਾ ਲੱਗ ਗਿਆ ਤੇ ਜਿਹੜਾ ਚੰਗਾ ਲੱਗਦਾ ਹੈ ਫਿਰ ਬੰਦਾ ਉਹਦੀ ਮੰਨਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਹੈ ਨਾਨਕ ਜਿਸ ਨੂੰ ਆਪ ਤੁੱਠਾ, ਜਿਨ੍ਹਾਂ ਦੇ ਉੱਤੇ ਮਾਲਕ ਆਪ ਤੁੱਠ ਗਿਆ। ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਉਹਨਾਂ ਨੇ ਗੁਰੂ ਤੋਂ ਅੰਮ੍ਰਿਤ ਨੂੰ ਪਾਇਆ ਹੈ। ਵੇਖੋ ਇੱਕ ਹੈ ਖੰਡੇ ਦੀ ਪਹੁਲ, ਜਿਹੜੀ ਆ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਵੀ ਸਤਿਗੁਰੂ ਬਖਸ਼ਿਸ਼ ਕਰੇ ਤੇ ਫਿਰ ਜ਼ਿੰਦਗੀ ਦੇ ਵਿੱਚ ਆਉਂਦੀ ਹੈ, ਨਹੀਂ ਤੇ ਸਾਰਿਆਂ ਦੇ ਕੋਲ ਇਹ ਵੀ ਨਹੀਂ। ਮਾਲਕ ਕਿਰਪਾ ਕਰੇ ਜੇ ਇਹ ਮਾਲਕ ਨੇ ਦਾਤ ਦਿੱਤੀ ਹੈ। ਤੇ ਇੱਕ ਅੰਮ੍ਰਿਤ ਉਹ ਹੈ ਜਿਹੜਾ ਬਾਣੀ ਦਾ ਅੰਮ੍ਰਿਤ ਹੈ। ਇਸ ਬਾਣੀ ਦੇ ਅੰਮ੍ਰਿਤ ਦੇ ਨਾਲ ਸਾਡਾ ਜੁੜਨ ਦਾ ਫਰਜ਼ ਹੈ। ਜਿੰਨਾ ਅਸੀਂ ਬਾਣੀ ਦਾ ਅੰਮ੍ਰਿਤ ਤਿਆਰ ਆਪਣੇ ਅੰਦਰ ਕਰਕੇ ਰੱਖਾਂਗੇ ਇਹ ਚੀਜ਼ਾਂ ਓਨੀਆਂ ਹੀ ਪਿਆਰੀਆਂ ਲੱਗਣਗੀਆਂ, ਨਹੀਂ ਤਾਂ ਬਾਣਾ ਬਹੁਤਾ ਚਿਰ ਵੀ ਨਹੀਂ ਰਹਿੰਦਾ ਫਿਰ। ਇਸ ਕਰਕੇ ਇਹ ਚੀਜ਼ਾਂ ਸੁਣਨ ਲਈ ਵੱਖਰੀਆਂ ਲੱਗਦੀਆਂ ਨੇ, ਪਰ ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਚੀਜ਼ ਨੂੰ ਸਾਰੇ ਖੋਜਦੇ ਪਏ ਨੇ, ਗੁਰੂ ਨਾਨਕ ਨੇ ਉਪਕਾਰ ਕਰਕੇ, ਗੁਰੂ ਅਰਜਨ ਸਾਹਿਬ ਨੇ ਉਪਕਾਰ ਕਰਕੇ ਸਾਡੇ ਸਾਹਮਣੇ ਥਾਲ ਲਿਆ ਕੇ ਰੱਖ ਦਿੱਤਾ ਹੈ ਕਿ ਭਾਈ ਖੋਜੋ ਤੇ ਖਾਵੋ। ਹੁਣ ਜੋ ਜੋ ਖੋਜੇਗਾ ਉਹੀ ਖਾ ਲਵੇਗਾ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਤੁਸੀਂ ਆਪਣੀ ਮਿਹਨਤ ਕਰੋ, ਇੱਕ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਕਿਹੜੀ ਗੱਲ ਕਹੀ ਹੈ। ਉਹਨੂੰ ਟਾਈਮ ਦਈਏ, ਖੋਜ ਦੇ ਵਿੱਚ ਟਾਈਮ ਲਾਈਏ। ਜੇ ਅਜੇ ਗੁਰਬਾਣੀ ਸਮਝ ਨਹੀਂ ਆਉਂਦੀ, ਕੀਰਤਨ ਸੁਣੋ। ਜੇ ਕੀਰਤਨ ਸੁਣਿਆ ਸਮਝ ਨਹੀਂ ਆਉਂਦੀ, ਵਿਆਖਿਆ ਸੁਣੋ ਜਿਨ੍ਹਾਂ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ। 1-2 ਮਿੰਟ ਦੀ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ। ਵੇਖੋ 2 ਤਰੀਕਿਆਂ ਦੀ ਕਥਾ ਹੋ ਰਹੀ ਹੈ। ਇੱਕ ਕਥਾ ਉਹ ਹੈ ਜਿਹਦੇ ਵਿੱਚ ਦੂਜਿਆਂ ਦੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਨੇ ਵੀ ਉਹਨੇ ਆਹ ਕਰ ਦਿੱਤਾ, ਉਹਨੇ ਆਹ ਕਰ ਦਿੱਤਾ, ਇਹ ਆ ਨਹੀਂ ਚੰਗੇ, ਉਹ ਨਹੀਂ ਚੰਗੇ, ਇਹ ਬਹੁਤ ਵੱਡੇ ਲੈਵਲ ਦੇ ਉੱਤੇ ਹੋ ਰਿਹਾ। ਮਤਲਬ ਕਥਾ ਦੇ ਵਿੱਚ ਕੋਈ ਇਹ ਕਹਿ ਹੋਵੇ ਵੀ ਸਿੱਖ ਨਹੀਂ ਚੰਗੇ, ਮੁਸਲਮਾਨ ਨਹੀਂ ਚੰਗੇ, ਹਿੰਦੂ ਨਹੀਂ ਚੰਗੇ, ਫਲਾਣੇ ਨਹੀਂ ਚੰਗੇ। ਇਹ ਬੜੀਆਂ ਕਥਾ ਹੋ ਰਹੀਆਂ ਨੇ ਅੱਜ ਕੱਲ੍ਹ। ਜ਼ਿਆਦਾ ਮੈਟਰ ਚੱਲਦਾ ਹੀ ਇਹਨਾਂ ਦਾ ਪਿਆ, ਲੋਕ ਵੀ ਇਹੋ ਸੁਣਦੇ ਪਏ ਨੇ। ਪਰ ਤੁਸੀਂ 2-4 ਸਾਲ ਸੋਚ ਕੇ ਵੇਖਿਓ ਵੀ ਜੇ ਲਗਾਤਾਰ ਇਹ ਕਥਾ ਸੁਣੀ ਗਏ, ਉਹ ਨਹੀਂ ਚੰਗਾ, ਆਹ ਨਹੀਂ ਚੰਗਾ, ਆਹ ਵੀ ਨਹੀਂ ਚੰਗਾ, ਉਹ ਵੀ ਨਹੀਂ ਚੰਗਾ, ਫਿਰ ਤੁਹਾਨੂੰ ਨਾ ਇੰਝ ਲੱਗਣ ਲੱਗ ਪਵੇਗਾ 2 ਸਾਲਾਂ ਬਾਅਦ ਵੀ ਖਰੇ ਅਸੀਂ ਆਪ ਹੀ ਨਹੀਂ ਚੰਗੇ। ਤੁਹਾਨੂੰ ਹਰ ਚੀਜ਼ ਬੁਰੀ ਲੱਗਣ ਲੱਗ ਪਵੇਗੀ, ਹਰ ਚੀਜ਼ ਸ਼ੱਕ ਦੇ ਨਾਲ ਵੇਖੋਗੇ। ਇਸ ਕਰਕੇ ਵਿਚਾਰ ਉਹ ਸੁਣੋ ਜਿਹਦੇ ਵਿੱਚ ਕਿਸੇ ਨੂੰ ਬੁਰਾ ਕਹਿਣ ਦੀ ਬਜਾਏ ਸ਼ਬਦ ਦੀ ਗੱਲ ਕੀਤੀ ਗਈ ਹੈ। ਬਹੁਤ ਸਾਰੇ ਪ੍ਰਚਾਰਕ ਨੇ ਇਸ ਪਾਸੇ ਤੋਂ ਜਿਨ੍ਹਾਂ ਨੇ ਸ਼ਬਦ ਦੀ ਕਥਾ ਕੀਤੀ ਹੈ। ਸ਼ਬਦ ਦੇ ਨਾਲ ਜੁੜੋਗੇ ਤੇ ਸ਼ਬਦ ਵਾਲੇ ਪਾਸੇ ਆਵਾਂਗੇ। ਬੰਦਿਆਂ ਦੀਆਂ ਕਥਾ ਬੰਦਿਆਂ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ। ਇਸ ਕਰਕੇ ਦਾਤਾਰ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।